ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਲੈ ਕੇ ਅੱਜ ਦਾ ਮੁੱਦਾ ਲਾਈਵ। ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ ਵੱਖ-ਵੱਖ ਦਰਿਆ ਜਿਹੜੇ ਆਪਣਾ ਬੜਾ ਇੱਕ ਅਜੀਬ ਜਿਹਾ ਜਿਹੜਾ ਰੂਪ ਆ, ਜਿਹੜਾ ਗੁੱਸੇਖੋਰ ਆਪਾਂ ਰੂਪ ਕਹਿ ਸਕਦੇ, ਉਹ ਦਿਖਾ ਰਹੇ ਨੇ। ਕਿਉਂਕਿ ਪਾਣੀ ਜਿਹੜਾ ਉਹ ਬੇਤਹਾਸ਼ਾ ਆ ਚੁੱਕਾ ਦਰਿਆਵਾਂ 'ਚ ਤੇ ਝੱਲਣ ਦੀ ਸਮਰੱਥਾ ਨਹੀਂ ਹੈ। ਤੇ ਪਾਣੀ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਤਾਂ ਲਾਲ ਕਿਲ੍ਹਾ ਜਿਹੜਾ ਕਿ ਪੂਰੇ ਦੇਸ਼ ਦੀ ਕਦੇ ਰਾਜਧਾਨੀ ਹੁੰਦੀ, ਲਾਲ ਕਿਲ੍ਹਾ ਜਿਹੜਾ ਸਭ ਤੋਂ ਅਹਿਮ ਸਥਾਨ ਜਿਹੜਾ ਮੰਨਿਆ ਜਾਂਦਾ, ਕਿਲ੍ਹਾ ਸਾਡਾ ਪੁਰਾਣਾ ਵਿਰਾਸਤ ਦਾ ਆ, ਉਸ ਕਿਲ੍ਹੇ ਤੱਕ ਵੀ ਜਿਹੜਾ ਜਮਨਾ ਦਾ ਪਾਣੀ ਜਿਹੜਾ ਪਹੁੰਚ ਚੁੱਕਾ ਆ। ਤੇ ਦਿੱਲੀ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਰੋਜ਼ਮਰਾ ਦੀ ਜਿਹੜੀ ਜੀਵਨ ਹੈ ਉਹਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤੇ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਵੱਖ-ਵੱਖ ਥਾਵਾਂ ਤੇ ਬਣੇ ਹੋਏ ਨੇ। ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਕਹਿੰਦੇ ਨੇ ਕਿ ਕਰੀਬ 15 ਪਿੰਡ ਜਿਹੜੇ ਨੇ ਉਹ ਬਾਕੀ ਸੂਬੇ ਨਾਲੋਂ ਕੱਟੇ ਗਏ ਨੇ। ਪਾਣੀ ਜਿਹੜਾ ਬਹੁਤ ਜ਼ਿਆਦਾ ਹੈ। ਤੇ ਤੀਜੇ ਪਾਸੇ ਗੱਲ ਕਰਦੇ ਲੋਹੀਆਂ ਦਾ ਪਿੰਡ ਪੈਂਦਾ ਜੀ ਤਹਿਸੀਲਪੁਰ, ਉਹਦੇ ਨੇੜੇ ਬੰਨ ਜਿਹੜਾ ਉਹ ਟੁੱਟ ਗਿਆ ਸੀ, ਤੁਸੀਂ ਬੰਨ ਕਰੀਬ 300 ਫੁੱਟ ਪਾੜ ਪੈ ਗਿਆ ਸੀ। ਉਹਨੂੰ ਪੂਰਨ ਵਾਸਤੇ ਸੰਤ ਬਲਵੀਰ ਸਿੰਘ ਸੀਚੇਵਾਲ ਇੱਕੋ ਇੱਕ ਸਹਾਰਾ ਜਾਪ ਰਹੇ ਨੇ, ਜਿਹੜੇ ਮੋਹਰੇ ਹੋ ਕੇ ਸਾਰੇ ਕੰਮ ਦੀ ਨਿਗਰਾਨੀ ਵੀ ਕਰ ਰਹੇ ਨੇ, ਹੱਥੀਂ ਕੰਮ ਵੀ ਵਿੱਚ ਕਰ ਰਹੇ ਨੇ। ਤੇ ਵੱਡੀ ਗੱਲ ਕਰਦੇ ਆ, ਹੁਣ ਤੱਕ 300 ਫੁੱਟ ਦਾ ਜਿਹੜਾ ਪਾੜ ਪਿਆ ਸੀ, ਉਹਦੇ ਚ 100 ਫੁੱਟ ਦਾ ਜਿਹੜਾ ਬੰਨ ਬਣਾਇਆ ਜਾ ਚੁੱਕਿਆ। ਤਾਂ ਗੱਲ ਕਰਦੀ ਹੈ 100 ਫੁੱਟ ਦਾ ਬੰਨ ਜਿਹੜਾ ਉਹ ਬਣਾਉਣਾ ਕੋਈ ਸੁਖਾਲਾ ਕੰਮ ਨਹੀਂ। ਤੇ ਜਿਹੜੇ ਅੰਕੜੇ ਦੱਸਦੇ ਕਿ 30,000 ਮਿੱਟੀ ਦੀਆਂ ਜਿਹੜੀਆਂ ਬੋਰੀਆਂ ਭਰੀਆਂ ਨੇ, ਭਰ ਕੇ ਉਹਨਾਂ ਨੂੰ ਇਕੱਠੀਆਂ ਕਰਕੇ ਬੰਨ ਕੇ ਰੱਸੀਆਂ ਦੇ ਨਾਲ, ਹੋਰ ਚੀਜ਼ਾਂ ਦੇ ਨਾਲ, ਤੇ ਉਹਨਾਂ ਨੂੰ ਜਿਹੜਾ ਪਾਣੀ ਦੇ ਵਿੱਚ ਬੰਨ ਦੇ ਨਾਲ ਵਹਾਇਆ ਜਾ ਰਿਹਾ। ਤੇ ਇਸ ਤਰੀਕੇ ਨਾਲ ਜਿਹੜਾ ਉੱਥੇ ਫਿਰ ਮਿੱਟੀ ਪਾਈ ਜਾ ਰਹੀ ਹੈ ਟਰਾਲੀਆਂ ਦੇ ਨਾਲ, ਉੱਤੇ ਬੋਰੇ ਪਾ ਕੇ ਜਿਹੜਾ ਉਹ ਬੰਨ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਕਈ ਦਿਨਾਂ ਤੋਂ ਲੱਗੇ ਹੋਏ ਨੇ। 100 ਫੁੱਟ ਦਾ ਜਿਹੜਾ ਬੰਨ ਆ ਉਹ ਹੁਣ ਤੱਕ ਬਣਿਆ, ਜਦ ਕਿ ਹਾਲੇ 200 ਫੁੱਟ ਦਾ ਬੰਨ ਬਣਨਾ ਬਾਕੀ ਹੈ। ਗੱਲ ਕਰੀਏ ਮੈਨ ਪਾਵਰ ਦੀ, ਤਾਂ ਜਿਹੜੇ 400 ਦੇ ਕਰੀਬ ਲੋਕ ਜਿਹੜੇ ਆ ਬੰਨ ਬਣਾਉਣ ਦੇ ਕੰਮ 'ਚ ਲੱਗੇ ਹੋਏ ਨੇ, ਜਿਹਦੇ ਵਿੱਚ 200 ਜਿਹੜੇ ਲੋਕ ਨੇ ਉਹ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੇ ਸੇਵਾਦਾਰੀ ਨੇ। ਤੇ ਉਹਦੇ ਨਾਲ ਜਿਹੜਾ ਇੰਨਾ ਵੱਡਾ ਜਿਹੜਾ ਕੰਮ ਆ ਉਹਨੂੰ ਅੰਜਾਮ ਦੇ ਰਹੇ ਨੇ। ਹਾਲਾਂਕਿ ਰਾਜ ਸਭਾ ਦੇ ਮੈਂਬਰ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ, ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਆ ਉਹਨਾਂ ਨੂੰ ਮਾਣ ਸਨਮਾਨ ਇੱਕ ਤਰੀਕੇ ਨਾਲ ਦਿੱਤਾ ਗਿਆ। ਪਰ ਦੂਜੇ ਪਾਸੇ ਗੱਲ ਕਰਦੇ ਆ ਤੇ ਮੰਤਰੀ ਸਾਹਿਬ ਨੇ ਸਾਡੇ ਸਥਾਨਕ ਸਰਕਾਰ ਮੰਤਰੀ ਬਲਕਾਰ ਸਿੰਘ, ਇਹ ਵੀ ਨਜ਼ਰ ਆ ਰਹੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੇ ਨਾਲ। ਉਹ ਦੱਸਦੇ ਨੇ ਕਿ ਰਾਹਤ ਸਮੱਗਰੀ ਅਸੀਂ 22,000 ਪਾਣੀ ਦੀਆਂ ਬੋਤਲਾਂ ਤਕਸੀਮ ਕਰਤੀਆਂ ਤੇ 20,000 ਜਿਹੜੇ ਭੋਜਨ ਦੇ ਪੈਕਟ ਜਿਹੜੇ ਉਹ ਵੀ ਵੰਡੇ ਨੇ। ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਨੇ। ਪਰ ਤੀਜੇ ਪਾਸੇ ਅਗਰ ਗੱਲ ਕਰੀਏ, ਧਿਆਨ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜੇਕਰ ਏਦਾਂ ਦੀ ਤਰਾਸਦੀ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾ ਵਰਗੇ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਨਾ ਹੋਣ, ਜਿਨ੍ਹਾਂ ਦੇ 2-2, 250-250 ਜਿਹੜੇ ਸੇਵਾਦਾਰ ਆ ਉਹ ਲਗਾਤਾਰ ਏਦਾਂ ਦੇ ਕੰਮਾਂ ਸਹਿਯੋਗ ਨਾ ਕਰਨ, ਤੇ ਸਾਡਾ ਜਿਹੜਾ ਸਰਕਾਰੀ ਤੰਤਰ ਹੈ, ਜਿਹੜਾ ਸਾਡਾ ਕੁਦਰਤੀ ਆਫਤਾਂ ਨਾਲ ਨਿਭਣ ਵਾਲਾ ਜਿਹੜਾ ਪ੍ਰਬੰਧ ਆ, ਉਹ ਮਹਿਕਮਾ ਜਿਹੜਾ ਉਹ ਕਿੱਥੇ ਖੜਾ ਨਜ਼ਰ ਆ ਰਿਹਾ? ਕਿਵੇਂ ਦੇਖਦੇ ਹੋ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਇਹ ਕੁਦਰਤ ਦੀ ਕਰੋਪੀ ਆ, ਔਰ ਮੈਂ ਇਹ ਮੰਨਦਾ ਮੈਂ ਕਿ ਸਾਡੀਆਂ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਦੀ ਇੱਕ ਵੱਡੀ ਨਲਾਇਕੀ ਵੀ ਆ। ਮੇਰਾ ਇਹ ਮੰਨਣਾ ਆ ਕਿ ਅਗਰ ਖਤਰੇ ਦੀ ਜਾਣਕਾਰੀ ਜਿਹੜੀ ਐਡਵਾਂਸ ਚ ਸੀਗੀ, ਅਲਰਟ ਮੌਸਮ ਵਿਭਾਗ ਵੱਲੋਂ ਬਾਰ-ਬਾਰ ਜਾਰੀ ਕੀਤੇ ਜਾ ਰਹੇ ਸੀਗੇ, ਇਹਨਾਂ ਸਭ ਦੇ ਚੱਲਦਿਆਂ ਬਾਵਜੂਦ ਵੀ ਜਿਹੜੀ ਮੌਕਾ ਸਰਕਾਰ ਹੈ ਉਹਨੇ ਕੋਈ ਪੁਖਤਾ ਪ੍ਰਬੰਧ ਕਰਨ ਦੀ ਤਿਆਰੀ ਨਹੀਂ ਕੀਤੀ। ਪਹਿਲਾਂ ਦੀ ਗਲਤੀ ਇਹ। ਦੂਸਰੀ ਗਲਤੀ ਵੱਡੀ ਹੈ ਕਿ ਪਿਛਲੀਆਂ ਰਹੀਆਂ ਸਰਕਾਰਾਂ ਨੇ ਵੀ ਕਦੀ ਇਸ ਹੜ੍ਹਾਂ ਦੀ ਰੋਕਥਾਮ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਦਾ ਯਤਨ ਨਹੀਂ ਕੀਤਾ। ਮੇਰਾ ਇਹ ਮੰਨਣਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੀਆਂ ਸ਼ਖਸੀਅਤਾਂ ਉਹ ਕੋਈ ਪ੍ਰੋਪਰ ਪੋਲੀਟੀਸ਼ੀਅਨ ਉਹ ਨਹੀਂ ਹੈਗੇ। ਉਹ ਇੱਕ ਸੰਤ ਮਹਾਂਪੁਰਖ ਨੇ। ਉਹ ਆਪਣੀ ਸੇਵਾ ਭਾਵਨਾ ਨੂੰ ਦੇਖਦੇ ਆਪਣੇ ਸੇਵਾਦਾਰਾਂ ਦੇ ਨਾਲ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਿਹੜੇ ਭਲਾਈ ਦੇ ਕੰਮ ਨੇ ਉਹਨਾਂ ਦੇ ਵਿੱਚ ਉਹ ਆਗੂ ਬਣ ਕੇ ਅੱਗੇ ਹੋ ਕੇ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਰਹੇ ਨੇ, ਔਰ ਉਹਨਾਂ ਦਾ ਯੋਗਦਾਨ ਜਿਹੜਾ ਬੜਾ ਸਰਾਹਨਾਯੋਗ ਆ। ਬਟ ਜਿਹੜਾ ਕੰਮ ਸਰਕਾਰਾਂ ਦੇ ਕਰਨ ਵਾਲਾ ਵਾ, ਉਹਦੇ ਵਿੱਚ ਸਰਕਾਰਾਂ ਨਦਾਰਦ ਨਜ਼ਰ ਆ ਰਹੀਆਂ ਨੇ। ਗੱਲਾਂ ਬਾਤਾਂ ਦਾ ਕੜਾਹ ਬਣਾਇਆ ਜਾ ਰਿਹਾ, ਪਰ ਲੇਕਿਨ ਅਗਰ ਰਹਿੰਦੇ ਸਮੇਂ 'ਚ ਇਹ ਪੁਖਤਾ ਪ੍ਰਬੰਧ ਕੀਤੇ ਹੁੰਦੇ ਤੇ ਅੱਜ ਇਹ ਮੁਸ਼ਕਲਾਂ ਸਾਹਮਣੇ ਨਾ ਆਉਂਦੀਆਂ। ਬਟ ਅੱਜ ਵੀ ਸਾਨੂੰ ਇਹਦੇ ਤੋਂ ਸਬਕ ਲੈਣ ਦੀ ਲੋੜ ਆ। ਆਉਣ ਵਾਲੇ ਖਤਰੇ ਨੂੰ ਭਾਂਪਦੇ ਹੋਏ ਦੁਬਾਰਾ ਇਹੋ ਜਿਹੀਆਂ ਜਿਹੜੀਆਂ ਵਾ ਕਾਰਵਾਈਆਂ ਨਾ ਹੋ ਸਕਣ ਪੰਜਾਬ ਦੇ ਨਾਲ। ਸੰਧੂ ਸਾਹਿਬ, ਜਦੋਂ ਇਹ ਕੁਦਰਤ ਦੀਆਂ ਕਰੋਪੀਆਂ ਆਉਂਦੀਆਂ ਨੇ ਨਾ, ਇਹ ਕੱਲੀ ਕਰੋਪੀ ਦੇ ਰੂਪ 'ਚ ਅਸੀਂ ਇਹਨੂੰ ਦੇਖਣਾ ਸ਼ੁਰੂ ਕਰ ਦਿੰਦੇ। ਇਹ ਕੱਲੀਆਂ ਕਰੋਪੀਆਂ ਨਹੀਂ, ਇਹਦੇ ਫਾਇਦੇ ਵੀ ਬੜੇ ਨੇ। ਜਿਸ ਤਰ੍ਹਾਂ ਪੰਜਾਬ ਦਾ ਪਾਣੀ ਦਾ ਪੱਧਰ ਬੜੇ ਨਿਚਲੇ ਲੈਵਲ ਤੇ ਜਾ ਚੁੱਕਾ। ਅਗਰ ਸਾਡੇ ਕੋਲ ਹਾਰਡ ਵੇਸਟਿੰਗ ਪਲਾਂਟ ਲੱਗੇ ਹੋਣ,
ਇਹ ਕੁਦਰਤ ਦੇ ਪਾਣੀ ਨੂੰ ਰਿਸੋਰਸ ਸਾਂਭਣ ਦੀ ਸਾਡੇ ਕੋਲ ਯਥਾ ਸ਼ਕਤੀ ਹੋਵੇ ਤੇ ਅਸੀਂ ਆਪਣੇ ਧਰਤੀ ਦੇ ਪਾਣੀ ਦਾ ਪੱਧਰ ਜਿਹੜਾ ਉੱਚਾ ਕਰ ਸਕਦੇ ਹਾਂ। ਬਟ ਹੁੰਦਾ ਕੀ ਆ, ਇਹ ਸਾਰਾ ਕੁਝ ਵੇਸਟ ਹੋ ਜਾਂਦਾ ਵਾ, ਅਸੀਂ ਇਸ ਚੀਜ਼ ਨੂੰ ਸਾਂਭ ਹੀ ਨਹੀਂ ਪਾਉਂਦੇ। ਇਹ ਸਾਡੀ ਤਰਾਸਦੀ ਆ, ਬੜੀ ਵੱਡੀ ਤਰਾਸਦੀ ਆ। ਔਰ ਮੇਰਾ ਇਹ ਮੰਨਣਾ ਕਿ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ। ਹਾਂ, ਇੱਕ ਇਹਦੇ ਵਿੱਚ ਇੱਕ ਰਾਹਤ ਦੀ ਗੱਲ ਜਿਹੜੀ ਆਈ ਆ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ 218 ਕਰੋੜ 40 ਲੱਖ ਰੁਪਈਆ ਜਿਹੜਾ ਵਾ ਹੜ੍ਹ ਪ੍ਰਭਾਵਿਤ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਵਾਸਤੇ ਜਾਰੀ ਕਰ ਦਿੱਤਾ ਗਿਆ ਵਾ। ਔਰ ਮੇਰਾ ਇਹ ਮੰਨਣਾ ਇਹਦੇ ਨਾਲ ਕੁਝ ਰਾਹਤ ਮਿਲੇਗੀ ਪੰਜਾਬ ਨੂੰ, ਬਟ ਇਹ ਕੋਈ ਹੱਲ ਨਹੀਂ ਆ। ਹੱਲ ਪ੍ਰੋਪਰ ਇਹ ਆ ਕਿ ਜਦੋਂ ਵੀ ਕਿਤੇ ਇਹ ਹੜ੍ਹਾਂ ਦੀ ਵਿਵਸਥਾ ਦੇ ਨਾਲ ਨਿਬੜਨ ਵਾਸਤੇ ਸਰਕਾਰਾਂ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ। ਮਹਿੰਦਰੋ ਜੀ, ਇਹ ਤਰਾਸਦੀ ਹੈ। ਤਰਾਸਦੀ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਡਟੇ ਹੋਏ ਨੇ। ਹਾਲਾਂਕਿ ਰਾਜ ਸਭਾ ਮੈਂਬਰ ਨੇ ਇਹ ਮੁੱਦਾ ਉਹ ਰਾਜ ਸਭਾ ਦੇ ਵਿੱਚ ਵੀ ਉਠਾਉਣਗੇ। ਹੋ ਸਕਦਾ ਜਿਹੜੀ ਗੱਲ ਅਸੀਂ ਧਿਆਨ 'ਚ ਲਿਆਂਦੀ ਹੈ ਜਾਂ ਅਸੀਂ ਮਹਿਸੂਸ ਕੀਤੀ ਹੈ ਕਿ NDRF ਤੇ SDRF ਉਹ ਸਟੇਟ ਪੱਧਰ ਤੇ ਹੋਣ, ਚਾਹੇ ਉਹ ਰਾਸ਼ਟਰੀ ਪੱਧਰ ਤੇ ਜਿਹੜੇ ਪ੍ਰਬੰਧ ਤੰਤਰ ਹੋਣ, ਜਿਹਦੀ ਗੱਲ ਅਸੀਂ ਪਹਿਲੇ ਕੰਵਰ ਮੰਜ਼ਲ ਜੀ ਨੇ ਵੀ ਕੀਤੀ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਆਉਣ ਵਾਲੀਆਂ ਕੁਦਰਤੀ ਜਿਹੜੀ ਆਫਤ ਕਿਸੇ ਵੇਲੇ ਵੀ ਆ ਸਕਦੀ, ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ, ਤੇ ਉਹਦੇ ਯੋਗ ਪ੍ਰਬੰਧ ਕੀਤੇ ਹੁੰਦੇ, ਉਹਦੀਆਂ ਟੀਮਾਂ ਤਿਆਰ ਕੀਤੀਆਂ ਹੁੰਦੀਆਂ ਤੇ ਉਹਦੀ ਟ੍ਰੇਨਿੰਗ ਸਾਰੀ ਕਰਵਾਈ ਹੁੰਦੀ, ਤੇ ਏਦਾਂ ਦੇ ਜਿਹੜੀ ਮੌਸਮ ਖਰਾਬੀ ਹੈ ਹੁੰਦੀ ਹੈ ਜਾਂ ਜਿਵੇਂ ਬੰਨ ਟੁੱਟ ਗਿਆ ਜਾਂ ਹੋਰ ਇਸ ਤਰ੍ਹਾਂ ਦੀ ਦਿੱਕਤ ਆਈ ਹੈ, ਉਸ ਮੌਕੇ ਤੇ ਫਿਰ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਇਕੱਲੇ ਜਿਹੜੇ 200-400 ਲੋਕ ਹੀ ਉੱਥੇ ਨਜ਼ਰ ਨਹੀਂ ਸੀ ਆਣੇ। ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਰਕਾਰੀ ਤੰਤਰ, ਸਰਕਾਰੀ ਮਸ਼ੀਨਰੀ ਦਾ ਪ੍ਰਬੰਧ ਵੀ ਜਿਹੜਾ ਚਾਹੀਦਾ ਸੀ, ਇਹਦੇ ਉੱਤੇ ਲੱਗੀ ਨਜ਼ਰ ਆਣੀ ਸੀ। ਕਿਵੇਂ ਦੇਖਦੇ ਹੋ ਮਹਿੰਦਰੋ ਜੀ? ਸੰਧੂ ਸਾਹਿਬ, ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਇਹ ਪਿਛਲੀਆਂ ਸਰਕਾਰਾਂ ਔਰ ਇਸ ਸਰਕਾਰ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਹੈ ਕਿ ਜਦੋਂ ਮੌਸਮ ਵਿਭਾਗ ਦੇ ਵੱਲੋਂ ਪਤਾ ਸੀ ਕਿ ਇਸ ਵਾਰ ਮੌਨਸੂਨ ਜਿਹੜਾ ਆ ਉਹ ਘੱਟ ਸਮੇਂ ਦੇ ਵਿੱਚ ਵੱਧ ਤੇਜ਼ੀ ਦੇ ਨਾਲ ਆਏਗਾ, ਤੇ ਉਹਦੇ ਲਈ ਕਿਸੇ ਵੀ ਪਹਿਲਾਂ ਨਦੀਆਂ, ਨਾਲੇ, ਖਾਲਾਂ ਜਿੰਨੀਆਂ ਵੀ ਆ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੁਰੰਮਤ ਜਾਂ ਉਸ ਦੀ ਸਾਫ਼ ਸਫਾਈ ਦਾ, ਤਾਂ ਕਿ ਪਾਣੀ ਦਾ ਲਾਂਘਾ ਜਿਹੜਾ ਆ ਉਹ ਸਾਫ਼ ਸੁਥਰਾ ਬਣਿਆ ਰਵੇ, ਪਾਣੀ ਆਪਣੇ ਬਹਾਵ ਦੇ ਵਿੱਚ ਚਲਾ ਜਾਵੇ, ਇਸ ਦੇ ਵੱਲ ਕਦੇ ਵੀ ਕੰਮ ਨਹੀਂ ਕੀਤਾ ਗਿਆ। ਸਿਰਫ ਚੰਦ ਦਿਨ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਔਰ ਨਵੇਂ ਬਣੇ MP ਸੁਸ਼ੀਲ ਰਿੰਕੂ ਜੀ ਵੱਲੋਂ ਔਰ ਕਪੂਰਥਲਾ ਤੇ ਜਲੰਧਰ ਦੇ DC ਸਾਹਿਬਾਨਾਂ ਦੇ ਵੱਲੋਂ ਜਿਹੜਾ ਆ ਇਹ ਦੌਰਾ ਕੀਤਾ ਗਿਆ ਸੀ। ਲੇਕਿਨ ਮੈਂ ਸਮਝਦਾ ਕਿ ਉਹ ਦੌਰਾ ਬਹੁਤ ਆਖਰੀ ਸਮੇਂ ਦੇ ਵਿੱਚ ਕੀਤਾ ਗਿਆ ਸੀ, ਜਦੋਂ ਕਿ ਮਾਨਸੂਨ ਬਿਲਕੁਲ ਸਿਰ ਤੇ ਸੀ। ਉਸ ਟਾਈਮ ਤੇ ਸਿਵਾਏ ਵਿਚਾਰ ਵਿਮਰਸ਼ ਦੇ ਹੋਰ ਕੁਝ ਹੋਣ ਦੀ ਸੰਭਾਵਨਾ ਨਹੀਂ ਰਹਿ ਜਾਂਦੀ। ਤੇ ਦੂਸਰੀ ਗੱਲ, ਜਿੱਦਾਂ ਮੰਜ਼ਲ ਸਾਹਿਬ ਨੇ ਕਿਹਾ ਕਿ ਅਗਰ ਸਾਡੇ ਕੋਲ ਐਸੀ ਵਿਵਸਥਾ ਬਣ ਜਾਵੇ ਕਿ ਜਿਸ ਦੇ ਨਾਲ ਅਗਰ ਕੁਦਰਤੀ ਪਾਣੀ, ਬਾਰਿਸ਼ ਦਾ ਪਾਣੀ ਵੀ ਜਮਾ ਕਰ ਸਕੀਏ ਔਰ ਉਸ ਨੂੰ ਅਸੀਂ ਸਦਉਪਯੋਗ ਕਰ ਸਕੀਏ। ਹੁਣ ਦੇਖੋ, ਪਾਣੀ ਦਾ ਭਾਵੇਂ ਹਜ਼ਾਰਾਂ ਕਿਊਬਿਕ ਲੀਟਰ ਜਿਹੜਾ ਪਾਣੀ ਆ ਰਿਹਾ ਹੈਗਾ, ਲੇਕਿਨ ਉਹ ਪਾਣੀ ਜਿਹੜਾ ਹੈ ਕਿਤੇ ਨਾ ਕਿਤੇ ਕੱਢਣ ਦੀ ਹੀ ਵਿਵਸਥਾ ਕਰੀ ਜਾ ਰਹੀ ਹੈ। ਉਹਨੂੰ ਸਾਂਭ ਸੰਭਾਲ ਕਰਕੇ ਕਿਤੇ ਆਉਣ ਵਾਲੇ ਸਮੇਂ 'ਚ ਇਸਤੇਮਾਲ ਕਰਨ ਦੀ ਕੋਈ ਵਿਵਸਥਾ ਸਾਡੇ ਕੋਲ ਇਸ ਟਾਈਮ ਵੀ ਨਹੀਂ ਹੈਗੀ। ਦੂਸਰੀ ਗੱਲ ਆ ਗਈ ਕਿ ਸੰਤ ਸੀਚੇਵਾਲ ਸਾਹਿਬ ਜਿਹੜੇ ਹੈ ਉਹ ਇੱਕ ਸੰਤ ਹੈ, ਉਹਨਾਂ ਦੇ ਨਾਮ ਦੇ ਨਾਲ ਹੀ ਸੰਤ ਜੁੜਿਆ, ਉਹ ਇੱਕ ਸੰਤ ਹੈ। ਤਾਂ ਉਹ ਇੱਕ ਸੰਤ ਦੇ ਨਾਤੇ ਫਿਰ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ, ਉਸ ਦੇ ਨਾਤੇ ਉਹ ਉਹਨਾਂ ਦੇ ਸੇਵਾਦਾਰਾਂ ਦੇ ਨਾਲ ਲੱਗੇ ਹੋਏ ਆ। ਪਰ 300-400 ਮੀਟਰ ਦਾ ਜਿਹੜਾ ਪਹਾੜ ਹੈ ਉਹਨੂੰ ਹੱਥਾਂ ਨਾਲ ਭਰਨਾ ਕੋਈ ਸੌਖਾ ਨਹੀਂ। ਉਹ ਵੀ ਉਸ ਟਾਈਮ ਦੇ ਉੱਤੇ ਜਦੋਂ ਬਾੜ ਦਾ ਏਰੀਆ ਜਿਹੜਾ ਉਹ ਬਣਿਆ ਹੋਵੇ। ਤੇ ਮੈਂ ਸਮਝਦਾ ਹਾਂ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਰਹੇ ਨੇ ਉਹ ਕਾਬਿਲੇ ਤਾਰੀਫ ਹੈ ਔਰ ਉਹ ਇਸ ਸਨਮਾਨ ਦੇ ਪਾਤਰ ਹੈ। ਪਰ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਦੋਂ ਵੀ ਕੋਈ ਵਿਵਸਥਾ ਕਰਨੀ ਆ ਉਹ ਰਹਿਣ ਦੇ ਸਮੇਂ ਦੇ ਵਿੱਚ ਕੀਤੀ ਜਾਵੇ, ਤਾਂ ਕਿ ਲੋਕਾਂ ਨੂੰ ਵੀ ਉਸ ਦਾ ਫਾਇਦਾ ਮਿਲ ਸਕੇ ਔਰ ਸਰਕਾਰ ਨੂੰ ਵੀ ਉਸ ਦੀ ਜਿਹੜੀ ਹੈ ਸ਼ਲਾਘਾ ਮਿਲ ਸਕੇ ਔਰ ਉਸ ਦੇ ਵਿੱਚ ਲੋਕਾਂ ਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਵੀ ਨਾ ਸਹਿਣੇ ਪੈਣ ਔਰ ਭਾਂਜੜਾ ਵੀ ਨਾ ਪੈਣ। ਐਸੀ ਵਿਵਸਥਾ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਔਰ ਉਮੀਦ ਕਰਦੇ ਹਾਂ ਕਿ ਇਸ ਤੋਂ ਬਾਅਦ, ਕਿਉਂਕਿ ਕੁਦਰਤ ਦੀ ਵੀ ਕਿਰਪਾ ਹੋਈ ਹੈ, ਮੌਸਮ ਸਾਫ਼ ਹੋ ਰਿਹਾ ਤੇ ਉਸ ਦੇ ਨਾਲ ਨਾਲ ਜਿਹੜਾ ਆ ਪਾਣੀ ਜਿਹੜਾ ਸੈੱਟ ਹੋ ਜਾਏਗਾ। ਜਿਹੜੀਆਂ ਜ਼ਮੀਨਾਂ ਔਰ ਘਰਾਂ ਦੇ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਪਾਣੀ ਗਿਆ ਉਹ ਸਭ ਨਾਰਮਲ ਹੋ ਜਾਏਗਾ। ਤੇ ਇਹੀ ਦੁਆ ਕਰਦੇ ਹਾਂ ਉਸ ਪ੍ਰਭੂ ਦੇ ਅੱਗੇ।
ਜੀ ਵੈਸੇ ਆਪਾਂ ਗੱਲ ਕਰ ਰਹੇ ਸੀ ਸੰਤ ਬਲਬੀਰ ਸਿੰਘ ਸੀਚੇਵਾਲ। ਹਾਲਾਂਕਿ ਸੰਤ ਨੇ ਤੇ ਆਮ ਸੰਤ ਦਾ ਇਹ ਅਰਥ ਲਿਆ ਜਾਂਦਾ ਕਿ ਉਹ ਪੂਜਾ ਪਾਠ ਦੇ ਕੰਮਾਂ ਦੇ ਵਿੱਚ ਜਿਹੜਾ ਉਹ ਮੁਖੀ ਹੁੰਦਾ, ਉਹ ਪਰਮਾਤਮਾ ਆਤਮਾ ਪਰਮਾਤਮਾ ਦੀਆਂ ਗੱਲਾਂ ਕਰਨ ਵਾਲਾ ਹੁੰਦਾ, ਉਸ ਪਾਸੇ ਲੋਕਾਂ ਨੂੰ ਲਿਜਾਣ ਵਾਲਾ ਹੁੰਦਾ। ਪਰ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੀ ਗੱਲ ਕਰੀਏ, ਇਹਨਾਂ ਨੂੰ ਕਰਮ ਯੋਗੀ ਸੰਤ ਜਿਹੜਾ ਉਹ ਕਿਹਾ ਜਾ ਰਿਹਾ। ਵਾਤਾਵਰਨ ਪ੍ਰੇਮੀ ਨੇ, ਕੁਦਰਤ ਦੇ ਨਾਲ ਤਾਲਮੇਲ ਕਿਵੇਂ ਰੱਖਣਾ ਇਹਦੇ ਉੱਤੇ ਅਗਵਾਈ ਕਰ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਭਜਨ ਕੀਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਦੀ ਜਿਹੜੀ ਨਾਲ ਜੁੜੀ ਜਿਹੜੀ ਵੇਈ ਸੀ, ਉਸ ਵੇਈ ਦੀ ਸਫਾਈ ਸਭ ਤੋਂ ਪਹਿਲੇ ਜਿਹੜੀ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਹੁਣੀ ਕਰਨ ਵਾਸਤੇ ਖੁਦ ਜਿਹੜੇ ਆ ਉਸ ਵੇਈ ਦੇ ਵਿੱਚ ਉਤਰੇ ਸੀ। ਜਦੋਂ ਕਿ ਬਹੁਤ ਮਣਾ ਮੂਹੀ ਉਹਦੇ ਚ ਬੂਟੀ ਸੀ ਤੇ ਉਹਦੇ ਚ ਖੁਦ ਉਤਰ ਕੇ ਹੱਥਾਂ ਦੇ ਨਾਲ ਉਹਨੇ ਸਫਾਈ ਕਰਨੀ ਸ਼ੁਰੂ ਕੀਤੀ ਸੀ ਤੇ ਆਹਿਸਤਾ ਆਹਿਸਤਾ ਉਹ ਨਾਲ ਦੇਖ ਕੇ ਯੋਗਦਾਨ ਪੈਣਾ ਸ਼ੁਰੂ ਹੋ ਗਿਆ ਤੇ ਮਸ਼ੀਨਰੀ ਆਣੀ ਸ਼ੁਰੂ ਹੋ ਗਈ ਤੇ ਹੋਰ ਵੀ ਲੋਕ ਆਪ ਮਾਰੇ ਉਹਨਾਂ ਨਾਲ ਜੁੜਨ ਲੱਗ ਗਏ, ਧਾਰਮਿਕ ਕਾਰਜ ਦੇ ਰਾਹੀਂ ਜੁੜੇ ਨੇ। ਪਰ ਅੱਜ ਜੇ ਮਾਣ ਸਨਮਾਨ ਦਿੱਤਾ ਆਮ ਆਦਮੀ ਪਾਰਟੀ ਨੇ ਤੇ ਮੈਨੂੰ ਲੱਗਦਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਕੋਲ ਵੀ ਇਹ ਸੁਨਹਿਰੀ ਮੌਕਾ ਆ ਕਿ ਇਹ ਜਿਹੜੀਆਂ ਵਿਚਾਰਾਂ ਅਸੀਂ ਕੀਤੀਆਂ ਨੇ, ਜਿਹੜੀਆਂ ਕਮੀਆਂ ਤਾਂ ਸਾਡੇ ਵੀ ਧਿਆਨ ਵਿੱਚ ਆਈਆਂ ਨੇ, ਇਹ ਸੰਤ ਬਲਬੀਰ ਸਿੰਘ ਸੀਚੇਵਾਲ ਹੁਣ ਦੇ ਧਿਆਨ ਵਿੱਚ ਵੀ ਆਈਆਂ ਹੋਣਗੀਆਂ। ਮੇਰਾ ਖਿਆਲ ਹੈ ਕਿ ਆਪਣੇ ਹੱਥੀਂ ਹੀ ਸਾਰਾ ਕੰਮ ਕਰਦੇ ਰਹਿਣ ਨਾਲੋਂ ਅੱਗੇ ਵੱਧ ਕੇ ਇਹ ਵੀ ਇੱਕ ਫਰਜ਼ ਬਣ ਜਾਂਦਾ, ਇਹ ਵੀ ਇੱਕ ਜ਼ਰੂਰੀ ਹੋ ਜਾਂਦਾ ਕਿ ਏਦਾਂ ਦੇ ਜਿਹੜੀਆਂ ਜ਼ਰੂਰਤਾਂ ਨੇ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਏਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਉਹਦਾ ਪ੍ਰਬੰਧ ਕਰਨਾ ਵਾਸਤੇ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਆ ਉਹ ਜ਼ਰੂਰ ਕੋਈ ਨਾ ਕੋਈ ਕੇਂਦਰ ਨੂੰ ਸੁਝਾਅ ਦੇਣਗੇ। ਰਾਜ ਸਭਾ ਮੈਂਬਰ ਵਜੋਂ ਜਿਹੜਾ ਉਹ ਜ਼ਰੂਰ ਤੇ ਲਿਖਤੀ ਤੌਰ ਤੇ ਉਹਨਾਂ ਨੇ ਦਿੱਤਾ ਵੀ ਹੋਏਗਾ ਤੇ ਹੋਰ ਜਿਹੜੀਆਂ ਚੀਜ਼ਾਂ ਨਵੀਆਂ ਧਿਆਨ ਜਾਣਗੀਆਂ ਉਹ ਵੀ ਜਿਹੜੀ ਉੱਥੇ ਤੱਕ ਪਹੁੰਚਾਉਣਗੇ। ਔਰ ਲੱਗਦਾ ਜਿਵੇਂ ਕਮਰ ਮੰਜ਼ਲ ਜੀ ਕਹਿ ਰਹੇ ਨੇ ਕਿ ਮੋਦੀ ਜੀ ਕਾਫੀ ਜਿਹੜੇ ਨੇ ਤੇਜ਼ੀ ਨਾਲ ਕੰਮ ਕਰਦੇ ਨੇ ਤੇ ਉਮੀਦ ਹੈ ਇਹੀ ਕਰਨੀ ਬਣਦੀ ਹੈ ਕਿ ਪਾਰਟੀ ਬਾਜੀ ਦਾ ਖਿਆਲ ਕੀਤੇ ਬਗੈਰ ਕਿ ਕਿਹੜੀ ਪਾਰਟੀ ਨੇ ਰਾਜ ਸਭਾ ਮੈਂਬਰ ਇਹਨਾਂ ਨੂੰ ਬਣਾਇਆ ਤੇ ਜੋ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਚਾਹੁੰਦੇ ਨੇ ਜਾਂ ਉਹ ਕਰ ਸਕਦੇ ਨੇ। ਮੇਰਾ ਖਿਆਲ ਇੱਥੇ ਜਿਹੜੀ ਕੇਂਦਰ ਸਰਕਾਰ ਉਹ ਪਹਿਲ ਕਦਮੀ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਨੂੰ ਖੁਦ ਜਿਹੜੇ ਆ ਉਹ ਬੁਲਾ ਕੇ ਤੇ ਉਹਨਾਂ ਨਾਲ ਬੈਠ ਕੇ ਉਹਨਾਂ ਕੋਲੋਂ ਇਹ ਪਹਿਲਾਂ ਯੋਜਨਾਬੰਦੀ ਲੈ ਸਕਦੇ ਨੇ ਕਿ ਕਿਹੜੇ ਕਿਹੜੇ ਪ੍ਰਬੰਧ ਕਿਵੇਂ ਕਰਨੇ ਚਾਹੀਦੇ ਆ। ਫਿਰ ਉਹ ਜ਼ਿਆਦਾ ਬਹੁਤ ਬਿਹਤਰ ਲੱਗੇਗਾ ਸਾਰੇ ਸੰਸਾਰ ਨੂੰ ਕਿ ਜਦੋਂ ਸੰਤਾਂ ਨੂੰ ਖੁਦ ਪਹੁੰਚ ਕਰਕੇ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਜੀ ਜਿਹੜੇ ਆ ਉਹ ਉਹਨਾਂ ਕੋਲ ਜਾਣਨਗੇ, ਹਾਲਾਤ ਦੇਖਣਗੇ ਤੇ ਉਹਦੇ ਹਿਸਾਬ ਨਾਲ ਜਿਹੜੀਆਂ ਅਗਲੀਆਂ ਰਣਨੀਤੀਆਂ ਕੀ ਪੂਰੇ ਦੇਸ਼ 'ਚ ਲਾਗੂ ਹੋਣੀਆਂ ਚਾਹੀਦੀਆਂ, ਸੀਚੇਵਾਲ ਮਾਡਲ ਜਿਹੜਾ ਉਹ ਕਿਸ ਤਰੀਕੇ ਨਾਲ ਅੱਗੇ ਜਿਹੜਾ ਉਹ ਵਧਾਇਆ ਜਾ ਸਕਦਾ, ਇਹਦੇ ਉੱਤੇ ਵੀ ਜਿਹੜੀ ਆ ਬੀਜੇਪੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜ਼ਰੂਰ ਜਿਹੜੀ ਚਰਚਾ ਕਰੂਗੀ। ਤੇ ਇਹਦੇ ਨਾਲ ਕਮਰ ਮੰਜ਼ਲ ਜੀ ਇੱਕ ਚੀਜ਼ ਹੋਰ, ਇੱਕ ਪਾਸੇ ਤਾਂ ਅਸੀਂ ਕੁਦਰਤੀ ਤਰਾਸਦੀ ਨਾਲ ਜੂਝ ਰਹੇ ਹਾਂ, ਵੱਡੀਆਂ ਵੱਡੀਆਂ ਕਮੀਆਂ ਜਿਹੜੀਆਂ ਉਹ ਅਸੀਂ ਮਹਿਸੂਸ ਕਰ ਰਹੇ ਹਾਂ। ਦੂਜੇ ਪਾਸੇ ਅੱਜ ਉਹ ਵੀ ਦਿਨ ਆ ਜਿਹਨੂੰ ਅਸੀਂ ਭੁੱਲਣਾ ਨਹੀਂ ਚਾਹੀਦਾ। ਦੁਪਹਿਰ ਦਾ 2:35 ਦਾ ਸਮਾਂ ਇੱਕ ਅਜਿਹਾ ਸਮਾਂ ਆ, ਇੱਕ ਮਿਸ਼ਨ ਸੀ, ਅਧੂਰਾ ਸੁਪਨਾ ਸੀ ਭਾਰਤ ਦੇਸ਼ ਦਾ, ਚੰਦਰਯਾਨ 3, ਚੰਦਰਯਾਨ 2 ਦੇ ਵਿੱਚ ਵੀ ਨਾਕਾਮੀ ਰਹਿ ਗਈ ਸੀ ਕਿਉਂਕਿ ਆਖਰੀ ਮੌਕੇ ਉੱਤੇ ਕੁਝ ਗੜਬੜ ਹੋ ਗਈ ਸੀ ਤਕਨੀਕੀ ਤੌਰ ਤੇ। ਉਹਨਾਂ ਨੂੰ ਦੂਰ ਕਰਕੇ ਹੁਣ ਅੱਜ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਦਰਯਾਨ ਮਿਸ਼ਨ ਜਿਹੜਾ ਉਹ ਅੱਜ 2:35 ਤੇ ਸ਼ੁਰੂ ਹੋਣ ਜਾ ਰਿਹਾ। ਕਿਵੇਂ ਦੇਖਦੇ ਹੋ? ਕਿਉਂਕਿ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਵਿਗਿਆਨੀ ਜਿਹੜੇ ਨੇ ਮੰਦਰਾਂ 'ਚ ਮੱਥੇ ਟੇਕਦੇ ਨਜ਼ਰ ਆ ਰਹੇ ਨੇ, ਇਹ ਤੇ ਚਰਚਾ ਜ਼ਰੂਰ ਹੋ ਰਹੀ ਹੈ। ਸਾਡੇ ਦੇਸ਼ ਦੀ ਇੱਕ ਪ੍ਰਥਾ ਰਹੀ ਆ, ਅਸੀਂ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਓਟ ਆਸਰਾ ਲੈਣਾ ਜਿਹੜਾ ਹੈ ਉਹ ਸਾਡੀ ਸੰਸਕ੍ਰਿਤੀ ਆ ਔਰ ਇਹਨੂੰ ਗਲਤ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ। ਇਹ ਸਾਡੇ ਦੇਸ਼ ਦਾ ਕਲਚਰ ਹੈ। ਅਸੀਂ ਜਦੋਂ ਵੀ ਕੋਈ ਸ਼ੁਭ ਕਾਰਜ ਕਰਦੇ ਹਾਂ ਤੇ ਉਸ ਪਰਮਾਤਮਾ ਦਾ ਓਟ ਆਸਰਾ ਲੈਂਦੇ ਆ ਤੇ ਉਸੇ ਹੀ ਸੰਦਰਭ ਦੇ ਵਿੱਚ ਸਾਡੇ ਜਿਹੜੇ ਇਸਰੋ ਦੇ ਵਿਗਿਆਨਕ ਨੇ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕਰਕੇ ਚੰਦਰਯਾਨ 3 ਜਿਹੜਾ ਆ ਉਹਦੀ ਸੌਫਟ ਲੈਂਡਿੰਗ ਦੀ ਤਿਆਰੀ ਲਗਭਗ ਮੁਕੰਮਲ ਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਐਤਕੀ ਜਿਹੜੀ ਲੈਂਡਿੰਗ ਆ ਉਹ ਬੜੀ ਸੌਫਟਲੀ ਔਰ ਬੜੇ ਵਧੀਆ ਤਰੀਕੇ ਨਾਲ ਹੋ ਜਾਏਗੀ ਔਰ ਹਿੰਦੁਸਤਾਨ ਦੇਸ਼ ਦੇ ਟੌਪ 4 ਕੰਟਰੀਜ਼ ਦੇ ਵਿੱਚ ਉਹਦਾ ਸ਼ੁਮਾਰ ਜਿਹੜਾ ਆਲਰੇਡੀ ਹੋ ਹੀ ਚੁੱਕਾ ਵਾ ਔਰ ਇਹਦੇ ਨਾਲ ਸਾਡਾ ਰੁਤਬਾ ਹੋਰ ਵਧੇਗਾ। ਔਰ ਮੇਰਾ ਇਹ ਮੰਨਣਾ ਵਾ ਕਿ ਸਾਡੇ ਇਸਰੋ ਦੇ ਵਿਗਿਆਨਕ ਦੁਨੀਆ ਦੇ ਸਭ ਤੋਂ ਵਧੀਆ ਵਿਗਿਆਨਕ ਨੇ ਜਿਨ੍ਹਾਂ ਨੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਔਰ ਇਹ ਸਾਡੇ ਦੇਸ਼ ਵਾਸਤੇ ਅੱਜ ਬੜਾ ਫਖਰ ਦਾ ਦਿਨ ਹੈ ਕਿ ਅੱਜ ਜਿਹੜਾ ਇਸਰੋ ਦੇ ਇੰਜੀਨੀਅਰਾਂ ਵੱਲੋਂ ਵਿਗਿਆਨਕਾਂ ਵੱਲੋਂ ਜਿਹੜਾ ਤਿਆਰ ਕੀਤਾ ਚੰਦਰਯਾਨ 3 ਆ ਉਹ ਅੱਜ ਚੰਦਰਮਾ ਦੇ ਉੱਤੇ ਉਹਨੂੰ ਜਿਹੜਾ ਲਾਂਚ ਅੱਜ ਕਰ ਦਿੱਤਾ ਜਾਏਗਾ। 2:35 ਦਾ ਸਮਾਂ ਆ ਔਰ ਬੜਾ ਸ਼ੁਭ ਦਿਨ ਹੈ ਅੱਜ ਦਾ। ਅੱਜ ਸਾਰੇ ਹਿੰਦੁਸਤਾਨੀਆਂ ਦਾ ਸੀਨਾ ਜਿਹੜਾ ਗਰਵ ਨਾਲ ਚੌੜਾ ਹੋ ਜਾਏਗਾ ਜੀ। ਇਹ ਜਿਹੜੀ ਪੂਜਾ ਅਰਚਨਾ ਆ ਆਮ ਤੌਰ ਤੇ ਅਸੀਂ ਸੁਣਦੇ ਆ ਰਹੇ ਹਾਂ
ਚਾਹੇ ਸਿੱਖ ਪ੍ਰਚਾਰਕ ਨੇ, ਚਾਹੇ ਇਸਲਾਮ ਨਾਲ ਜੁੜੇ ਨੇ, ਚਾਹੇ ਈਸਾਈਅਤ ਨਾਲ ਜੁੜੇ ਲੋਕ ਨੇ। ਅਕਸਰ ਸਭ ਤੋਂ ਵੱਧ ਇਹ ਗੱਲ ਕਹੀ ਹੈ, ਬਹੁਤ ਸਾਰੇ ਹਿੰਦੂ ਲੋਕ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਆ ਕਿ ਲਓ ਜੀ ਪੱਥਰਾਂ ਦੀ ਪੂਜਾ ਕਰਨਾ ਕੁਝ ਨਹੀਂ ਹੁੰਦਾ। ਤੇ ਵੀ ਪੱਥਰ ਦੀਆਂ ਮੂਰਤੀਆਂ ਦੀ ਜਿਹੜੀ ਹੈ ਉਹ ਜੇ ਸਾਡੇ ਈਸਰੋ ਦੇ ਪ੍ਰਧਾਨ ਵੀ ਮੁਖੀ ਜਿਹੜੇ ਅਧਿਆਪਕ ਨੇ ਉਹ ਵੀ ਕਰਦੇ ਹੋਣ ਤੇ ਹੋਰ ਵਿਗਿਆਨਕ ਜਿਹੜੇ ਨੇ ਜਾ ਕੇ ਮੰਦਿਰਾਂ 'ਚ ਅਗਰ ਮੱਥੇ ਟੇਕਦੇ ਹੋ, ਪਰ ਉਹ ਕੰਮ ਵੀ ਉਹ ਕਰ ਰਹੇ ਹੁਣ ਜਿਹੜਾ ਕਿ ਸੰਸਾਰ ਦੇ ਵਿੱਚ ਇੱਕ ਨਾਮ ਨਾ ਖੱਟਣ ਵਾਲਾ ਕੰਮ ਹੈ, ਵੱਡੀਆਂ ਪ੍ਰਾਪਤੀਆਂ ਵਧਦੇ ਹੁਣ। ਇਹਨਾਂ ਦੇ ਸੰਯੋਗ ਇਹ ਕੀ ਹੈ, ਇਹਨਾਂ ਦਾ ਜਿਹੜਾ ਜੋੜ ਹੈ ਉਹਨੂੰ ਕਿਵੇਂ ਦੇਖਦੇ? ਸੰਧੂ ਸਾਹਿਬ, ਜਿਹੜਾ ਸਨਾਤਨ ਧਰਮ ਹੈ ਨਾ, ਇਹ ਪ੍ਰੋਪਰ ਸਾਇੰਟੀਫਿਕਲੀ ਧਰਮ ਹੈ। ਮੇਰਾ ਇਹ ਮੰਨਣਾ ਵਾ ਕਿ ਇਹਦੀਆਂ ਮਰਿਆਦਾਵਾਂ ਜਿਹੜੀਆਂ ਉਹ ਇਸ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਨੇ, ਜੋ ਵੀ ਸਾਡੀ ਇਨਸਾਨੀਅਤ ਵਾਸਤੇ, ਸਾਡੇ ਇਨਸਾਨਾਂ ਵਾਸਤੇ ਲਾਹੇਵੰਦ ਚੀਜ਼ਾਂ ਨੇ, ਉਹਨਾਂ ਨੂੰ ਦੇਵੀ ਦੇਵਤਿਆਂ ਦਾ ਰੂਪ ਦੇ ਕਰਕੇ ਔਰ ਉਹਨਾਂ ਦਾ ਇੱਕ ਵਡਿਆਈ ਦੇ ਕਰਕੇ ਉਹਨਾਂ ਨੂੰ ਧਰਮ ਨਾਲ ਜੋੜ ਦਿੱਤਾ ਗਿਆ, ਤਾਂ ਕਿ ਮਨੁੱਖ ਜਿਹੜਾ ਵਾ ਇਹਨਾਂ ਦਾ ਘਾਣ ਨਾ ਕਰ ਸਕੇ। ਜਿਸ ਤਰ੍ਹਾਂ ਮੈਂ ਫੋਰ ਐਗਜ਼ਾਮਪਲ 2-3 ਚੀਜ਼ਾਂ ਦੀ ਗੱਲ ਕਰਨੀ ਚਾਹਾਂਗਾ। ਜਿਸ ਤਰ੍ਹਾਂ ਕਿ ਪਿੱਪਲ ਨੂੰ ਦੇਵਤੇ ਦਾ ਦਰਜਾ ਦੇ ਦਿੱਤਾ ਗਿਆ। ਪਿੱਪਲ ਦੇਵਤੇ ਦਾ ਦਰਜਾ ਦੇਣ ਦਾ ਭਾਵ ਇਹ ਸੀ ਕਿ ਉਹ 24 ਘੰਟੇ ਆਕਸੀਜਨ ਦਿੰਦਾ, ਉਹ ਸਾਡੀ ਇਨਸਾਨੀ ਜ਼ਿੰਦਗੀ ਵਾਸਤੇ ਬਹੁਤ ਲਾਹੇਵੰਦ ਹੈ, ਇਸ ਲਈ ਉਹਨੂੰ ਦੇਵਤੇ ਦਾ ਦਰਜਾ ਦੇ ਦਿੱਤਾ ਗਿਆ। ਗਊ ਨੂੰ ਮਾਤਾ ਦਾ ਦਰਜਾ ਦੇ ਦਿੱਤਾ ਗਿਆ। ਗਊ ਜਿਹੜੀ ਆ ਉਹ ਇਨਸਾਨੀ ਜੀਵਨ ਵਾਸਤੇ ਮਾਂ ਤੋਂ ਬਾਅਦ ਜਿਹੜਾ ਦੂਜਾ ਰੂਪ ਆ ਗਊ ਦਾ ਆ। ਹਰ ਚੀਜ਼ ਜਿਹੜੀ ਆ ਉਹ ਇਨਸਾਨ ਵਾਸਤੇ ਲਾਹੇਵੰਦ ਆ। ਉਹਦੇ ਗੋਬਰ ਮੂਤਰ ਤੋਂ, ਦੁੱਧ ਤੋਂ ਇਲਾਵਾ ਹਰ ਚੀਜ਼ ਗਊ ਦੀ ਜਿਹੜੀ ਆ ਇਨਸਾਨ ਵਾਸਤੇ ਲਾਹੇਵੰਦ ਆ, ਇਸ ਲਈ ਉਹਨੂੰ ਮਾਤਾ ਦਾ ਦਰਜਾ। ਔਰ ਮੇਰਾ ਇਹ ਮੰਨਣਾ ਕਿ ਜਿਹੜਾ ਸਨਾਤਨ ਧਰਮ ਹੈ ਪ੍ਰੋਪਰ ਸਾਇੰਟੀਫਿਕਲੀ ਇਨਸਾਨ ਦੀ ਬਿਹਤਰੀ ਵਾਸਤੇ ਜਿਹੜੇ ਵੀ ਕੰਮ ਸੀਗੇ ਉਹਨਾਂ ਦੇ ਮੱਦੇ ਨਜ਼ਰ ਇਹਨਾਂ ਨੇ ਆਪਣੀਆਂ ਰੀਤ ਮਰਿਆਦਾਵਾਂ ਜਿਹੜੀਆਂ ਬਣਾਈਆਂ ਹੋਈਆਂ ਨੇ। ਔਰ ਇੱਕ ਸਾਡੀ ਰਵਾਇਤ ਰਹੀ ਆ, ਜਦੋਂ ਵੀ ਗੁਰੂ ਮਹਾਰਾਜ ਦੇ ਵੇਲਿਆਂ ਤੋਂ ਹੀ ਅਸੀਂ ਦੇਖ ਲਈਏ ਵੀ ਜਦੋਂ ਵੀ ਅਸੀਂ ਕੋਈ ਸ਼ੁਭ ਕਾਰਜ ਕਰਨਾ ਹੁੰਦਾ ਸੀ, ਯੱਗ ਆਦਿ ਕਰਕੇ ਜਾਂ ਪ੍ਰਭੂ ਦੀ ਪੂਜਾ ਅਰਚਨਾ ਕਰਕੇ ਉਹਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵੱਧਦੇ ਹਾਂ। ਇਹ ਸਾਡੀ ਮਰਿਆਦਾ ਆ, ਇਹ ਸਾਡੇ ਦੇਸ਼ ਦਾ ਕਲਚਰ ਆ। ਜਿਹੜੇ ਲੋਕ ਇਹਦੇ ਤੇ ਟਿੱਪਣੀਬਾਜ਼ੀ ਕਰਦੇ ਨੇ ਉਹਨਾਂ ਦੀ ਛੋਟੀ ਸੋਚ ਦੀ ਗੱਲ ਹੋ ਸਕਦੀ ਹੈ। ਮੇਰਾ ਇਹ ਮੰਨਣਾ ਕਿ ਇਹ ਸਾਡੇ ਦੇਸ਼ ਦੀ ਮਰਿਆਦਾ ਦਾ ਹਿੱਸਾ ਆ। ਅਸੀਂ ਉਸ ਮਰਿਆਦਾ ਦਾ ਪਾਲਣ ਕਰਦੇ ਹਾਂ ਤੇ ਜਿਹਦੇ ਵਿੱਚ ਅਸੀਂ ਪ੍ਰਭੂ ਦਾ ਓਟ ਆਸਰਾ ਲੈ ਕੇ ਹਰ ਸ਼ੁਭ ਕੰਮ ਦੀ ਸ਼ੁਰੂਆਤ ਕਰਦੇ ਹਾਂ। ਜੀ ਇੰਦਰੋ ਜੀ, ਇੱਕ ਪਾਸੇ ਚੰਦਰਯਾਨ ਮਿਸ਼ਨ ਦੇ ਉੱਤੇ ਲੱਗੇ ਹੋਏ ਵਿਗਿਆਨੀ ਸਾਡੇ ਈਸਰੋ ਦੇ ਮੁਖੀ ਨੇ, ਦੂਜੇ ਪਾਸੇ ਮੰਦਿਰਾਂ 'ਚ ਜਿਹੜਾ ਮੱਥਾ ਟੇਕਣਾ ਜਿਹਨੂੰ ਅਕਸਰ ਸਵਾਲਾਂ ਦੇ ਘੇਰੇ 'ਚ ਲਿਆ ਜਾਂਦਾ, ਕਿਵੇਂ ਦੇਖਦੇ? ਸੰਧੂ ਸਾਹਿਬ, ਇਸ ਸ੍ਰਿਸ਼ਟੀ ਨੂੰ ਜਿਸ ਪਰਮ ਪਿਤਾ ਪਰਮੇਸ਼ਵਰ ਨੇ ਬਣਾਇਆ ਹੈ, ਅੱਜ ਤੁਸੀਂ ਅਸੀਂ ਸਾਰੇ ਲੋਕ ਗੱਲਾਂ ਕਰਦੇ ਆ, ਸਾਡੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਉਸ ਕੁਦਰਤ ਨੇ ਪਾਈ ਹੈ ਜਿਸ ਦਾ ਕੰਟਰੋਲ ਅੱਜ ਦੀ ਸਾਇੰਸ ਦੇ ਕੋਲ ਲੱਭਣ ਤੋਂ ਬਾਅਦ ਵੀ ਨਹੀਂ ਲੱਭ ਰਿਹਾ। ਔਰ ਉਸ ਦਾ ਕੰਟਰੋਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੈ, ਉਸ ਪਰਮ ਪਿਤਾ ਪਰਮੇਸ਼ਵਰ ਦੇ ਕੋਲ ਹੈ। ਕਿਉਂਕਿ ਇਹ ਸ੍ਰਿਸ਼ਟੀ ਬਣੀ ਹੈ, ਉਸ ਤੋਂ ਬਾਅਦ ਸਾਇੰਸ ਜਿਹੜੀ ਸਾਇੰਸ ਅੱਜ ਹਜ਼ਾਰਾਂ ਚੀਜ਼ਾਂ ਬਣਾਉਣ ਦੇ ਵਿੱਚ ਸક્ષਮ ਹੈ, ਉਹ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਨੂੰ ਕੁਝ ਵੀ ਕਰਨ ਦੇ ਵਿੱਚ ਸક્ષਮ ਅੱਜ ਤੱਕ ਨਹੀਂ ਹੋ ਸਕੀ। ਚਾਹੇ ਉਹ ਹਵਾ ਹੋਵੇ, ਚਾਹੇ ਇੱਕ ਮੁੱਠ ਮਿੱਟੀ ਨਹੀਂ ਬਣਾ ਸਕੀ ਅੱਜ ਤੱਕ ਦੀ ਸਾਇੰਸ, ਪਾਣੀ ਨਹੀਂ ਬਣਾ ਸਕੀ, ਕੁਝ ਨਹੀਂ। ਇਹ ਜਿਹੜੀਆਂ 5 ਚੀਜ਼ਾਂ ਕੁਦਰਤ ਦੀਆਂ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਮਨੁੱਖੀ ਜੀਵਨ ਟਿਕਿਆ ਹੋਇਆ, 5 ਤੱਤਵ ਦੇ ਵਿੱਚ ਬਣਿਆ ਹੋਇਆ, ਇਹੀ 5 ਤੱਤਵ ਦੇ ਨਾਲ ਸ੍ਰਿਸ਼ਟੀ ਚੱਲਦੀ ਹੈ। ਤੇ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਕੌਣ ਹੈ? ਉਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜਿਹੜੀ ਉਹ ਤਾਕਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਕਹਿ ਲੋ, ਉਹ ਪਰਮ ਪਿਤਾ ਪਰਮੇਸ਼ਵਰ ਕਹਿ ਲੋ। ਉਹ ਜਿਹੜੀ ਤਾਕਤ ਹੈ ਉਸ ਦੇ ਅੱਗੇ ਨਤਮਸਤਕ ਹੋਣਾ ਜਿਹੜਾ ਹੈ ਸਾਇੰਟਿਸਟ ਦਾ। ਕਿਉਂਕਿ ਜਿਹੜਾ ਮਰਜ਼ੀ ਮਨੁੱਖ ਲੈ ਲਓ ਦੁਨੀਆ ਦਾ, ਜਿਹੜਾ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਉਹ ਉਸ ਕੁਦਰਤ ਨੂੰ ਮੰਨਣ ਲਈ ਮਜਬੂਰ ਹੈ, ਕਿਉਂਕਿ ਉਸ ਕੁਦਰਤ ਤੋਂ ਉੱਪਰ ਉਹ ਕਦੇ ਨਾ ਹੋ ਸਕਿਆ, ਨਾ ਹੋ ਸਕੇਗਾ। ਇਸ ਲਈ ਉਹਦੇ ਨਤਮਸਤਕ ਹੋਣਾ ਇਹ ਕਿਸੇ ਵੀ ਗੱਲ ਦਾ ਜਿਹੜਾ ਮੁਹਤਾਜ ਨਹੀਂ ਹੈ। ਤੇ ਮੈਂ ਸਮਝਦਾ ਕਿ ਉਹ ਸਾਇੰਟਿਸਟ ਆਪਣੇ ਆਪ ਨੂੰ ਰੱਬ ਨਹੀਂ ਸਮਝ ਰਹੇ ਕਿ ਜੇ ਅਸੀਂ ਅੱਜ ਕੋਈ ਰਾਕਟ ਸਾਇੰਸ ਬਣਾਤੀ ਹੈ ਤੇ ਅਸੀਂ ਇਹਦੇ ਲਈ ਰੱਬ ਬਣ ਗਏ ਆ। ਉਹ ਉਸ ਰੱਬ ਦੇ ਚਰਨਾਂ ਦੇ ਵਿੱਚ ਜਿਹੜਾ ਨਤਮਸਤਕ ਹੋ ਕੇ ਆਪਣੀ ਸਫਲਤਾ ਦੇ ਲਈ ਉਹ ਫਰਿਆਦ ਕਰਦੇ ਆ, ਉਹ ਪ੍ਰਾਰਥਨਾ ਕਰਦੇ ਆ। ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਗੱਲ ਹੈਗੀ ਆ ਕਿ ਉਹਨਾਂ ਨੇ, ਤੁਸੀਂ ਦੇਖੋ ਇਹ ਜਿਹੜਾ ਚੰਦਰਯਾਨ ਬਣਾਇਆ ਗਿਆ, ਜਿਹੜਾ ਅੱਜ 2:35 ਤੇ ਰਵਾਨਾ ਹੋਏਗਾ, ਉਹ ਅੱਜ ਤੋਂ ਲਗਭਗ 40 ਦਿਨ ਦੇ ਆਸ-ਪਾਸ ਉੱਥੇ ਜਿਹੜਾ ਪਹੁੰਚੇਗਾ। ਔਰ ਉਹਦਾ ਸਮਾਂ
ਅੱਜ ਆਪਾਂ ਘਰੋਂ ਨਿਕਲੀਏ ਨਾ ਤੇ ਇੱਥੇ ਦੀ ਸਥਿਤੀ ਇਹ ਹੈ ਕਿ ਆਪਾਂ ਗੱਲ ਨਹੀਂ ਕਰ ਸਕਦੇ ਕਿ ਅਸੀਂ ਐਗਜ਼ੈਕਟ ਕਿੰਨੇ ਸਮੇਂ ਦੇ ਵਿੱਚ ਕਿੱਥੇ ਪਹੁੰਚਾਂਗੇ, ਤੇ ਉਸਨੇ ਹਜ਼ਾਰਾਂ ਲੱਖਾਂ ਮੀਲ ਦੂਰ ਜਾਣਾ ਹੈ, ਔਰ ਉਸ ਦਾ ਵੀ ਇੱਕ ਇੱਕ ਮਿੰਟ ਦਾ ਸਮਾਂ ਜਿਹੜਾ ਆ ਉਹ ਪੁਰਾਣੀ ਜਿਹੜੀ ਸਾਇੰਸ ਹੈ ਉਹ ਸਾਇੰਸ ਔਰ ਨਵੀਂ ਜਿਹੜੀ ਸਾਇੰਸ ਹੈ ਇਹਨਾਂ ਦੇ ਮਿਲਣ ਦੇ ਨਾਲ ਤੈਅ ਕੀਤਾ ਗਿਆ ਕਿ 23 ਅਗਸਤ ਨੂੰ ਸ਼ਾਮ ਨੂੰ 5:47 ਦੇ ਉੱਤੇ ਉਹਨੇ ਉੱਥੇ ਲੈਂਡ ਕਰਨਾ। ਤੇ ਇਹਨੂੰ ਹੋਰ ਆਪਾਂ ਕੀ ਕਹਾਂਗੇ, ਇਹ ਉਸ ਕੁਦਰਤ ਦੀ ਸਾਇੰਸ ਔਰ ਇਸ ਧਰਤੀ ਦੇ ਜਿਹੜੇ ਸਾਇੰਟਿਸਟ ਹੈ ਉਹਨਾਂ ਦਾ ਜਿਹੜਾ ਮਿਲਣ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਅਸੀਂ ਇਸ ਸਾਇੰਸ ਨੂੰ ਵੀ ਨਤਮਸਤਕ ਹੁੰਨੇ ਆ ਔਰ ਉਸ ਕੁਦਰਤ ਨੂੰ ਵੀ ਨਤਮਸਤਕ ਹੁੰਨੇ ਆ, ਔਰ ਹੋਣਾ ਚਾਹੀਦਾ ਹੈ, ਕਿਉਂਕਿ ਕੁਦਰਤ ਤੋਂ ਉੱਪਰ ਕੁਝ ਵੀ ਨਹੀਂ ਹੈ। ਇਹ ਹਜ਼ਾਰਾਂ ਸਾਇੰਟਿਸਟਾਂ ਨੇ ਅੱਜ ਤੱਕ ਤਜਰਬੇ ਕਰਕੇ ਦੇਖ ਲਏ, ਤੇ ਮੈਂ ਸਮਝਦਾ ਕਿ ਬਹੁਤ ਖੁਸ਼ੀ ਦੀ ਗੱਲ ਹੈ। ਔਰ ਇਸ ਦੇ ਨਾਲ ਭਾਰਤ ਦੀ ਜਿਹੜੀ ਹੈ, ਭਾਰਤ ਦਾ ਕੱਦ ਹੋਰ ਵੱਡਾ ਬਣੇਗਾ ਔਰ ਭਾਰਤ ਦੀ ਜ਼ਿੰਮੇਵਾਰੀਆਂ ਹੋਰ ਵਧਣਗੀਆਂ, ਤੇ ਜਿਹੜੀ ਇਹ ਬਹੁਤ ਹੀ ਵਧੀਆ ਗੱਲ ਹੈ। ਤੇ ਇਸ ਕਰਕੇ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ, ਔਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਅੱਗੇ ਬੇਨਤੀ ਹੈ ਕਿ ਇਹ ਮਿਸ਼ਨ ਜਿਹੜਾ ਆ ਉਹ ਸਫਲ ਹੋਵੇ, ਤਾਂ ਕਿ ਦੁਨੀਆ ਦੇ ਵਿੱਚ ਸਾਡਾ ਜਿਹੜਾ ਹਰ ਪੱਖੋਂ ਸਿਰ ਉੱਚਾ ਹੋ ਸਕੇ। ਬਿਲਕੁਲ ਜੀ, ਸਾਡਾ ਸਿਰ ਉੱਚਾ ਸਾਡੀ ਪਰੰਪਰਾਵਾਂ ਦੇ ਨਾਲ ਹੁੰਦਾ। ਤੇ ਜਦੋਂ ਗੱਲ ਚੱਲੀ ਹੈ ਪੰਜ ਤੱਤਾਂ ਦੀ, ਜਦੋਂ ਗੱਲ ਚੱਲੀ ਹੈ ਪਰਮਾਤਮਾ ਦੀ, ਇੱਥੇ ਇੱਕ ਮੈਨੂੰ ਗੱਲ ਯਾਦ ਆਈ ਹੈ, ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਦਰਸ਼ਕਾਂ ਦੇ ਨਾਲ ਔਰ ਆਪਣੇ ਬੁਲਾਰਿਆਂ ਦੇ ਨਾਲ। ਅਗਰ ਕੋਈ ਵਿਚਾਰ ਕਰੀਏ, ਜਿਵੇਂ ਆਪਾਂ ਗੱਲ ਸ਼ਬਦ ਵਰਤ ਦਿੰਦੇ ਆ, ਲੱਗਦਾ ਐ ਦਾਵਾ ਅਸੀਂ ਇਹ ਕਰੀਦਾ ਕਿ ਦੂਜਾ ਜਿਹੜਾ ਉਹ ਗਲਤ ਕਹਿ ਰਿਹਾ, ਦੂਜਾ ਝੂਠਾ, ਉਹਦੀ ਪਰੰਪਰਾ ਗਲਤ ਹੈ, ਜਿਹੜੀ ਮੈਂ ਪਰੰਪਰਾ ਦੱਸਦਾ ਉਹ ਸਹੀ ਹੈ। ਪਰ ਅਗਰ ਧਿਆਨ ਦਿੱਤਾ ਜਾਵੇ, ਜਿਹੜੀ ਉਹ ਕੁਦਰਤੀ ਸ਼ਕਤੀ ਹੈ ਜਿਹਨੂੰ ਪੰਜ ਤੱਤ ਦੀ ਗੱਲ ਕੀਤੀ ਜਾਂਦੀ ਹੈ, ਮਹਿੰਦਰੂ ਜੀ ਪੰਜ ਤੱਤ ਜਿਹੜੇ ਆ ਉਹਨਾਂ ਨੂੰ ਅਗਰ ਆਪਾਂ ਇੱਥੇ ਹਿੰਦੀ ਭਾਸ਼ਾ ਦੇ ਜਿਹੜੇ ਲੋਕ ਨੇ ਉਹਨਾਂ ਦਾ ਅਗਰ ਨਾਮਕਰਨ ਕਰਦੇ ਨੇ, ਕਹਿੰਦੇ ਜਿਵੇਂ ਭਗਵਾਨ ਤੇ ਕਿਸੇ ਨੇ ਦੇਖਿਆ ਨਹੀਂ, ਪਰ ਭਗਵਾਨ ਆਖਿਆ ਕਿਹਨੂੰ ਗਿਆ, ਉਹ ਚੀਜ਼ ਜਿਹੜੀ ਸਾਡੇ ਸਾਹਮਣੇ ਵਿਚਰਦੀ ਆ, ਸਾਡੇ ਸਾਹਮਣੇ ਹੁੰਦੀ ਆ, ਕਿਉਂਕਿ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਉਹ ਜਿਹੜੇ ਪੰਜ ਤੱਤ ਨੇ ਉਹ ਭਾ ਗਾ ਵਾ ਬੜਾ ਆ ਔਰ ਨਾ, ਇਹ ਪੰਜ ਸ਼ਬਦ ਜਿਹੜਾ ਭਗਵਾਨ ਦਿੱਤਾ ਗਿਆ, ਪੰਜ ਤੱਤਾਂ ਦੇ ਨਾਂ ਤੇ ਦਿੱਤਾ ਗਿਆ ਕਿ ਉਹ ਪੰਜ ਤੱਤਾਂ ਦੀ ਜਿਹੜੀ ਰਚਨਾ ਹੈ, ਪੰਜ ਤੱਤਾਂ ਦੀ ਵਿਚਰਨ ਵਾਸਤੇ ਅੱਗੇ ਸੰਚਾਲਨ ਵਾਸਤੇ ਜ਼ਰੂਰਤ ਪੈਂਦੀ ਹੈ, ਔਰ ਪੰਜ ਤੱਤਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਦੀਆਂ ਉਹ ਜਿਹੜੀਆਂ ਉਹ ਸਮਾ ਜਾਂਦੀਆਂ। ਸੋ ਭਾ ਦੀ ਗੱਲ ਕਰੀਏ, ਭੂਮੀ ਤੋਂ ਪਹਿਲੇ ਜਿਹਦੀ ਜ਼ਮੀਨ ਮਿੱਟੀ ਦੀ ਗੱਲ ਕਰਦੇ ਆਪਾਂ, ਗਗਨ, ਗਗਨ ਮੈਨੇ ਆਕਾਸ਼ ਤੱਤ, ਵਾਯੂ, ਬੜਾ ਆਗ, ਨੰਨਾ ਨਾ ਨੀਰ, ਇਹ ਭਗਵਾਨ ਜਿਹੜਾ ਹਿੰਦੀ ਚ ਕਿਹਾ ਗਿਆ ਭਗਵਾਨ। ਤੇ ਇਸੇ ਤਰੀਕੇ ਨਾਲ ਦੱਸਦੇ ਨੇ ਕਿ ਜਿਹੜਾ ਅੰਗਰੇਜ਼ ਨੇ ਗੋਡ ਕਹਿੰਦਾ, ਗੋਡ ਦਾ ਮਤਲਬ ਕੋਈ ਦੇਵੀ ਦੇਵਤਾ ਨਹੀਂ ਹੁੰਦਾ, ਗੋਡ ਦਾ ਮਤਲਬ ਉਹ ਇੱਕ ਅਸੀਮ ਸ਼ਕਤੀ, ਬ੍ਰਹਮੰਡੀ ਸ਼ਕਤੀ, ਜਿਹਦਾ ਪਹਿਲਾ ਅੱਖਰ ਅੰਗਰੇਜ਼ੀ ਚ ਜੀ ਤੋਂ ਸ਼ੁਰੂ ਹੁੰਦਾ, ਜੀ ਫॉर ਜਨਰੇਟਰ, ਜਿਹੜਾ ਇਸ ਸ੍ਰਿਸ਼ਟੀ ਬ੍ਰਹਮੰਡ ਦਾ ਜਿਹੜਾ ਪੈਦਾ ਕਰਨ ਵਾਲਾ ਆ, ਜੀ ਫॉर ਜਨਰੇਟਰ। ਦੂਜਾ ਅੱਖਰ ਲਿਆ ਗਿਆ O ਫॉर ਆਪਰੇਟਰ, ਤੇ ਥਰਡ ਜਿਹੜਾ ਅੱਖਰ ਹੈ ਉਹ ਹੈ D ਫॉर ਡਿਸਟਰੈਕਟਰ ਜਾਂ ਡਿਸਟਰੋਇਰ, ਜਿਹੜਾ ਕਿ ਇਸ ਚੀਜ਼ ਨੂੰ ਖਤਮ ਕਰਦਾ। ਜਿਵੇਂ ਬ੍ਰਹਮਾ, ਵਿਸ਼ਨੂੰ, ਮਹੇਸ਼ ਤਿੰਨ ਸਰੂਪ ਜਿਹੜੇ ਨੇ ਉਹ ਮਿੱਥੇ ਗਏ ਨੇ, ਇਸੇ ਤਰੀਕੇ ਦੀ ਜਿਹੜੀ ਆ ਇਸ ਸ੍ਰਿਸ਼ਟੀ ਨੂੰ ਪੈਦਾ ਹੁੰਦੇ, ਸੰਚਾਲਿਤ ਹੁੰਦੇ ਔਰ ਖਤਮ ਹੁੰਦੇ ਜਿਹੜਾ ਉਹ ਅੰਗਰੇਜ਼ ਵੀ ਦੇਖਦਾ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਅਰਬੀਆਂ ਦੀ, ਫਾਰਸੀ ਦੀ, ਜਿਹੜੇ ਕਿ ਇਸਲਾਮ ਦੇ ਵੀ ਗੱਲ ਕਰਾਂਗੇ, ਉਹ ਉਹਨੂੰ ਆਖਦੇ ਨੇ ਖੁਦਾ। ਈਸਾਈ ਵੀ ਗੱਲ ਹੈ ਕਿ ਖੁਦਾ ਆਖਦੇ ਨੇ। ਖੁਦਾ ਦਾ ਮਤਲਬ ਕੀ ਹੈ? ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਵੀ ਬਾਣੀ ਦੇ ਵਿੱਚ ਵੀ ਲਿਖਦੇ ਨੇ ਕਿ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਛ ਨਾਹੀ ਆਤ। ਕਹਿਣ ਦਾ ਭਾਵ ਇਹ ਹੈ ਕਿ ਇੱਕ ਸਿਸਟਮ ਹੈ ਜਿਹੜਾ ਆਪਣੇ ਆਪ ਤੋਂ ਚੱਲਦਾ ਹੈ, ਆਪਣੇ ਆਪ ਤੋਂ ਹੁੰਦਾ, ਸਾਰੇ ਕੰਮ ਆਪ ਹੀ ਕਰਦਾ। ਇਸੇ ਤਰੀਕੇ ਨਾਲ ਅਗਰ ਉਹਨਾਂ ਦੀ ਭਾਸ਼ਾ 'ਚ ਕਹੀਏ, ਖੁਦ ਮੈਨੇ ਆਪ, ਅਦਾ ਮੈਨੇ ਕਰਨਾ, ਖੁਦ ਅਦਾ ਤੋਂ ਬਣਿਆ ਖੁਦਾ। ਖੁਦਾ ਦਾ ਭਾਵ ਹੈ ਆਪਣੇ ਆਪ ਕਰਨਾ। ਤੇ ਅਸੀਂ ਪੰਜਾਬੀ ਕਹਿ ਦਿੰਦੇ ਹਾਂ, ਕਹਿੰਦੇ ਰੱਬ। ਰੱਬ ਦਾ ਮਤਲਬ ਕਿੱਥੋਂ ਗਿਆ ਸ਼ਬਦ ਲਿਆ? ਕਿਉਂਕਿ ਸਾਡੇ 'ਚ ਇੱਕ ਚੀਜ਼ ਜ਼ਰੂਰ ਹੈ, ਕਰਮ ਦਾ ਜਿਹੜਾ ਸਿਧਾਂਤ ਹੈ ਅਸੀਂ ਆਪਣੇ ਹੱਥ ਹੀ ਰੱਖਿਆ ਵੀ ਕਰਮ ਤੇ ਭਾਈ ਬੰਦੇ ਨੇ ਆਪ ਕਰਨੇ। ਪਰ ਦੋ ਚੀਜ਼ਾਂ ਜਿਹੜੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਨੇ, ਜਿਹੜੀਆਂ ਮਨੁੱਖ ਦੇ ਹੱਥ ਵਿੱਚ ਨਹੀਂ ਹੈ, ਜਿਹਦੀ ਮਹਿੰਦਰੂ ਜੀ ਵੀ ਗੱਲ ਕਰਦੇ ਸੀ। ਪਹਿਲੀ ਹੈਗੀ ਰਚਨਾ ਕਰਨਾ। ਜੇ ਜਨਰੇਟਰ ਕਿਹਾ ਅੰਗਰੇਜ਼ ਨੇ, ਤੇ ਪੰਜਾਬੀਆਂ ਦਾ ਵੀ ਪਹਿਲਾ ਅੱਖਰ ਰਾਰਾ ਆ। ਰਾਰਾ ਦਾ ਮਤਲਬ ਰਚਨਾ ਕਰਨਾ ਹੈ। ਤੇ ਦੂਜਾ ਅੱਖਰ ਬੱਬਾ, ਬੱਬਾ ਆ। ਬੱਬਾ ਦਾ ਮਤਲਬ ਬਰਬਾਦ ਕਰਨਾ। ਰਾਰਾ ਬੱਬਾ ਰੱਬ ਨੇ ਰਚਨਾ ਤੇ ਬਰਬਾਦ ਕਰਨ ਵਾਲੀ ਜਿਹੜੀ ਚੀਜ਼ ਹੈ, ਜਿਹੜੀ ਬਣਾਉਣ ਤੇ ਸਮੇਟਣ ਵਾਲੀ, ਖਤਮ ਕਰਨ ਵਾਲੀ ਜਿਹੜੀ ਸ਼ਕਤੀ ਹੈ, ਉਹਦਾ ਨਾਂ ਰੱਬ ਰੱਖਿਆ ਗਿਆ। ਸੋ ਰੱਬ ਜਿਹੜਾ ਜਾਂ ਪਰਮਾਤਮਾ, ਪਰਮ ਆਤਮਾ, ਆਤਮਾ ਮੈਨੇ ਅਸੀਂ ਆਪ, ਤੇ ਪਰਮ ਆਤਮਾ ਜਿਹੜਾ ਸਾਡਾ ਆਪਾ ਆ, ਬ੍ਰਹਿਮੰਡ ਜਿਹੜਾ ਉਹਨੂੰ ਪਰਮ ਆਤਮਾ ਕਿਹਾ ਗਿਆ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੇ ਅਗਰ ਆਪਾਂ ਧਿਆਨ ਦਈਏ ਤਾਂ ਕੋਈ ਵੀ ਆਪਸ ਵਿੱਚ ਸੰਸਾਰ ਦੇ ਕਿਸੇ ਵੀ ਚੀਜ਼ ਵਿੱਚ ਟਕਰਾਅ ਨਹੀਂ ਹੈ। ਪਰ ਜਦੋਂ ਅਸੀਂ ਇੱਕ ਗੱਲ ਸੰਸਾਰ ਤੇ ਲੱਦਣਾ ਸ਼ੁਰੂ ਕਰ ਦਿੰਦੇ ਹਾਂ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਇਹੀ ਸੱਚ ਹੈ, ਜਿਹੜੀ ਦੂਜੀ ਪਰੰਪਰਾ ਨਿਭਾਈ ਜਾ ਰਹੀ ਹੈ ਝੂਠ ਹੈ, ਜਦੋਂ ਕਿ ਅਸੀਂ ਉਹਨੂੰ ਜਾਣਦੇ ਨਹੀਂ, ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਤੋਂ ਜਿਹੜੇ ਝਮੇਲੇ ਨੇ ਉਹ ਸੰਸਾਰ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ। ਸੋ ਮੈਨੂੰ ਲੱਗਦਾ ਕਿ ਇਹਨਾਂ ਝਮੇਲਿਆਂ ਤੋਂ ਸਾਨੂੰ ਬਚਣਾ ਚਾਹੀਦਾ ਤੇ ਸਿੱਧੇ ਸਾਨੂੰ ਉਸ ਬ੍ਰਹਿਮੰਡ ਦੀ ਜਿਹੜੀ ਸ਼ਕਤੀ ਹੈ, ਕਰਤਾ ਸ਼ਕਤੀ ਹੈ, ਜਿਹੜੀ ਸਾਡੀ ਸਾਰਿਆਂ ਦੀ ਪਰਮਾਤਮਾ ਆ, ਪਰਮ ਆਤਮਾ ਸਾਡਾ ਸਾਰਿਆਂ ਦਾ, ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ। ਤੇ ਬਾਕੀ ਆਤਮਾਵਾਂ ਦੇ ਵਿੱਚ, ਬਾਕੀ ਹੋਰ ਪ੍ਰਾਣੀਆਂ ਦੇ ਵਿੱਚ ਵੀ ਜਿਹੜਾ ਆਪਣੇ ਵਰਗਾ ਮਹਿਸੂਸ ਕਰਨਾ ਚਾਹੀਦਾ। ਫਿਰ ਮੈਨੂੰ ਲੱਗਦਾ ਕਿ ਇਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਨਹੀਂ ਆਉਣਗੀਆਂ, ਫਿਰ ਇਦਾਂ ਦੇ ਸਵਾਲ ਵੀ ਨਹੀਂ ਉੱਠਣਗੇ ਇੱਕ ਦੂਜੇ ਦੀਆਂ ਪਰੰਪਰਾ ਤੇ ਜਿਹੜਾ ਸੰਸਾਰ ਹੈ ਉਹਨੂੰ ਬਿਹਤਰ ਬਣਾਉਣ ਜਿਹੜਾ ਉਹ ਵਧੀਆ ਜਿਹੜਾ ਭੂਮਿਕਾ ਜਿਹੜੀ ਸਾਡੀ ਮਨੁੱਖ ਦੀ ਹੋ ਸਕਦੀ ਹੈ। ਤੋਂ ਆਪਾਂ ਅੱਗੇ ਗੱਲ ਕਰਦੇ ਹਾਂ। ਹੁਣ ਭਾਰਤ ਦੀ ਗੱਲ ਕੀਤੀ ਸੀ ਕਿ ਭਾਰਤ ਦੇਸ਼ ਸਾਡਾ ਮਾਣ ਸਨਮਾਨ ਵਧੇਗਾ। ਉਹਦਾ ਭਾਵ ਇਹ ਹੁੰਦਾ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਨੇ, ਜਿਹੜੀਆਂ ਕੁਦਰਤ ਨੂੰ ਮੂਹਰੇ ਰੱਖ ਕੇ ਚੱਲਦੀਆਂ ਨੇ, ਕੁਦਰਤ ਨੂੰ ਸਭ ਤੋਂ ਵੱਡਾ ਕਰਕੇ ਸਮਝਦੀਆਂ ਨੇ, ਉਹਨਾਂ ਪਰੰਪਰਾਵਾਂ ਨੂੰ ਪੂਰੇ ਸੰਸਾਰ 'ਚ ਜਿਹੜਾ ਫੈਲਾਇਆ ਜਾਵੇ, ਉਹਨਾਂ ਨੂੰ ਲੈ ਕੇ ਜਾਇਆ ਜਾਵੇ, ਜਿਹੜੀਆਂ ਕਿ ਸਹਿ ਹੋਂਦ ਦੀ ਗੱਲ ਕਰਦੀਆਂ ਨੇ, ਹਰ ਪ੍ਰਾਣੀ ਨੂੰ ਬਰਾਬਰ ਜੀਣ ਦਾ ਅਧਿਕਾਰ ਦਿੰਦੀਆਂ ਨੇ। ਤੇ ਏਦਾਂ ਦੀ ਪਰੰਪਰਾ ਵਾਸਤੇ ਪੂਰੇ ਸੰਸਾਰ ਦੇ ਵਿੱਚ ਇੱਕ ਵੱਡਾ ਰੋਲ ਹੋਵੇ ਭਾਰਤ ਦਾ, ਉਹਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਿਆਨ ਆਇਆ। ਉਹ ਕਹਿੰਦੇ ਆ UN ਦੇ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਜਿਹੜੀ ਬਹੁਤ ਜ਼ਰੂਰੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਫਰਾਂਸ ਦੇ ਦੌਰੇ ਤੇ ਵੀ ਗਏ ਹੋਏ ਨੇ। ਪੈਰਿਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਦੀ ਸਮਰੱਥਾ ਅਤੇ ਭੂਮਿਕਾ ਵਿੱਚ ਤੇਜ਼ੀ ਨਾਲ ਬਦਲਾਅ ਆ ਰਿਹਾ। ਤੇ ਇੱਕ ਹੋਰ ਗੱਲ ਕਹਿ ਰਹੇ, ਇੱਕ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿ ਫਰਾਂਸ ਦੇ ਵਿੱਚ ਵੀ ਹੁਣ ਜਿਹੜਾ ਸਾਡਾ UPI ਸਿਸਟਮ ਹੈ, ਇੰਡੀਆ ਦੇ ਵਿੱਚ ਜਿਹੜਾ ਅਸੀਂ ਲੈਣ ਦੇਣ ਇੱਕ ਦੂਜੇ ਨਾਲ ਕਰਦੇ ਹਾਂ ਆਨਲਾਈਨ, ਕਹਿੰਦੇ ਉਹ ਸਿਸਟਮ ਦਾ ਜਿਹੜੀ ਵਰਤੋਂ ਹੈ ਉਹ ਫਰਾਂਸ ਵਿੱਚ ਵੀ ਕੀਤੀ ਜਾ ਸਕੂਗੀ। ਇਹ ਖੁਲਾਸੇ ਕੀਤੇ ਨੇ। ਕਮਰ ਮੰਜ਼ਲ ਜੀ ਕਿਵੇਂ ਦੇਖਦੇ ਹੋ ਫਰਾਂਸ ਯਾਤਰਾ 'ਚ ਵੱਡੇ ਖੁਲਾਸਿਆਂ ਨੂੰ ਮੋਦੀ ਜੀ ਦੇ ਨੂੰ? ਸੰਧੂ ਸਾਹਿਬ, ਭਾਰਤ ਜਿਹੜਾ ਨਾ ਬੜੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਿਹਾ ਵਾ। ਮਤਲਬ ਜਿਸ ਤਰ੍ਹਾਂ ਚੰਦਰਯਾਨ ਰੌਕਟ ਦੀ ਤਰ੍ਹਾਂ ਅੱਗੇ ਜਾ ਰਿਹਾ, ਉਸੇ ਤਰ੍ਹਾਂ ਭਾਰਤ ਵੀ ਅੱਜ ਰੌਕਟ ਦੀ ਸਪੀਡ ਦੇ ਨਾਲ ਅੱਗੇ ਨੂੰ ਵਧ ਰਿਹਾ ਵਾ। ਪੂਰਾ ਵਰਲਡ ਭਾਰਤ ਦੀਆਂ ਨੀਤੀਆਂ ਨੂੰ ਅਪਣਾਉਣ ਵਾਸਤੇ ਤਿਆਰ ਬੈਠਾ ਵਾ। ਕੱਲ ਫਰਾਂਸ ਦੇ ਵਿੱਚ ਵੀ UPI ਦੀ ਜਿਹੜੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਆ, ਔਰ UPI ਵਰਲਡ ਦਾ ਸਭ ਤੋਂ ਸੇਫੈਸਟ ਔਰ ਵਧੀਆ ਜਿਹੜਾ ਵਾ ਟ੍ਰਾਂਜੈਕਸ਼ਨ ਦਾ ਮਾਧਿਅਮ ਬਣ ਕੇ ਵਰਲਡ ਦੇ ਵਿੱਚ ਸਾਬਤ ਹੋ ਰਿਹਾ ਵਾ। ਬਹੁਤ ਸਾਰੀਆਂ ਕੰਟਰੀਆਂ ਨੂੰ ਅਡਾਪਟ ਕਰ ਰਹੀਆਂ ਨੇ। ਕੱਲ ਫਰਾਂਸ ਦੇ ਵਿੱਚ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਦਾ ਜ਼ਿਕਰ ਕੀਤਾ, ਔਰ UN ਦੇ ਵਿੱਚ ਸਥਾਈ ਮੈਂਬਰਸ਼ਿਪ ਭਾਰਤ ਦੀ ਜਿਹੜੀ ਆ ਉਹ ਐਟ ਲੀਸਟ ਵਰਲਡ ਦੀ ਮਜਬੂਰੀ ਬਣ ਜਾਏਗੀ। ਕਿਉਂਕਿ ਭਾਰਤ ਤੋਂ ਬਿਨਾਂ ਮੇਰਾ ਇਹ ਮੰਨਣਾ ਕਿ ਅੱਜ ਹਿੰਦੁਸਤਾਨ ਦੀ ਸ਼ਕਤੀ ਨੂੰ ਦੇਖਦੇ ਹੋਏ ਕੋਈ ਵੀ ਮੁਲਕ ਆਪਣੇ ਆਪ ਨੂੰ ਭਾਰਤ ਨਾਲੋਂ ਅਲੱਗ ਕਰਕੇ ਨਹੀਂ ਦੇਖਣਾ ਚਾਹੁੰਦਾ। ਹਰ ਮੁਲਕ ਜਿਹੜਾ ਹੈ ਅੱਜ ਭਾਰਤ ਨਾਲ ਜੁੜਨਾ ਚਾਹੁੰਦਾ ਆ, ਕਿਉਂਕਿ ਭਾਰਤ ਇੱਕ ਆਰਥਿਕ ਵਰਲਡ ਦੀ ਸਭ ਤੋਂ ਵੱਡੀ ਜਿਹੜੀ ਆ ਉਹ 5 ਲੱਖ ਅਰਬ ਡਾਲਰ ਦੀ ਜਿਹੜੀ ਵਿਵਸਥਾ ਬਣਨ ਜਾ ਰਿਹਾ ਬੜੀ ਜਲਦੀ। ਔਰ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਗੱਲਾਂ ਦਾ ਸਿਹਰਾ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਆ, ਜਿਨ੍ਹਾਂ ਨੇ ਭਾਰਤ ਦਾ ਸਿਰ ਵਰਲਡ ਦੇ ਵਿੱਚ ਉੱਚਾ ਕੀਤਾ। ਔਰ ਇਹ ਬੜੀ ਜਲਦੀ ਹੋਣ ਵਾਲਾ ਆ ਕਿ ਭਾਰਤ UN ਦਾ ਸਥਾਈ ਮੈਂਬਰ ਵੀ ਬਣੇਗਾ, ਔਰ ਉਸ ਦੇ ਵਿੱਚ ਭਾਰਤ ਦਾ ਰੋਲ ਬਹੁਤ ਅਹਿਮ ਰਿਹਾ ਕਰੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਨੂੰ ਜਿਹੜਾ ਦੁਨੀਆ ਦੀ ਹਰ ਤਾਕਤ ਜਿਹੜੀ ਉਹ ਭਾਰਤ ਦੇ ਮੂੰਹ ਵੱਲ ਦੇਖ ਰਹੀ ਆ ਕਿ ਭਾਰਤ ਕਿੱਧਰ ਨੂੰ ਚੱਲਦਾ ਵਾ, ਉਸ ਤਰੀਕੇ ਨਾਲ ਭਾਰਤ ਜਿਹੜਾ ਵਾ ਦੁਨੀਆ ਦੀ ਦਿਸ਼ਾ ਤੈਅ ਕਰਿਆ ਕਰੇਗਾ। ਇਹ ਆਉਣ ਵਾਲਾ ਜਿਹੜਾ ਭਾਰਤ ਦਾ ਭਵਿੱਖ ਇਸ ਤਰੀਕੇ ਦਾ ਨਜ਼ਰ ਆ ਰਿਹਾ ਜੀ। ਮਹਿੰਦਰੋ ਜੀ, ਇਹਦੇ ਨਾਲ ਮੋਦੀ ਜੀ ਦਾ ਇੱਕ ਹੋਰ ਬਿਆਨ ਵੀ ਹੈ ਜਿਹੜਾ ਬੜਾ ਅਹਿਮ ਹੈ, ਕਿਉਂਕਿ ਜੇ ਇੱਕ ਪਾਸੇ ਆਪਾਂ ਯੂਰਪ ਦੀ ਗੱਲ ਕਰਦੇ ਹਾਂ, ਕਹਿੰਦੇ ਉਹਨੂੰ ਕਾਫੀ ਐਡਵਾਂਸ ਮੰਨਿਆ ਜਾਂਦਾ, ਤੇ ਕੁਝ ਵਿਕਾਸਸ਼ੀਲ ਦੇਸ਼ ਨੇ, ਕੁਝ ਵਿਕਸਿਤ ਦੇਸ਼ ਨੇ। ਤੇ ਇਹ ਵੀ ਗੱਲ ਮੋਦੀ ਜੀ ਨੇ ਕਹੀ ਹੈ ਕਿ 2047 ਤੱਕ ਜਿਹੜਾ ਭਾਰਤ ਆ ਅਸੀਂ ਉਹਨੂੰ ਵਿਕਸਿਤ ਦੇਸ਼ ਦੇ ਰੂਪ ਵਿੱਚ ਦੇਖਣਾ ਚਾਹਾਂਗੇ। ਨਾਲ ਦੀ ਨਾਲ ਉਹ ਉਹਨਾਂ ਮੁਲਕਾਂ ਦੀ ਗੱਲ ਵੀ ਕਰਦੇ ਨੇ, ਅਫਰੀਕੀ, ਦੱਖਣ ਅਮਰੀਕੀ ਮੁਲਕਾਂ ਦੀ, ਜਿਹੜੇ ਕਿ ਬਹੁਤ ਪਛੜੇ ਚੁੱਕੇ ਨੇ। ਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਕਾਨੂੰਨ ਸੰਮਤ ਅੰਤਰਰਾਸ਼ਟਰੀ ਵਿਵਸਥਾ ਦਾ ਹਮਾਇਤੀ ਆ ਭਾਰਤ। ਤੇ ਉਹ ਕਹਿੰਦੇ ਵੀ ਜੇ ਤਰੱਕੀ ਕਰਨੀ ਆ ਪੂਰੀ ਦੁਨੀਆ ਦੀ ਤਰੱਕੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕਿਸੇ ਇੱਕ ਖੇਤਰ ਦੀ ਹੋ ਗਈ, ਕੋਈ ਅੱਗੇ ਵੱਧ ਗਏ ਤੇ ਕੁਝ ਮੁਲਕ ਜਿਹੜੇ ਬਹੁਤ ਪਛੜ ਗਏ, ਖਾਸ ਤੌਰ ਤੇ ਜਿੱਦਾਂ ਦੱਖਣੀ ਏਸ਼ੀਆਈ ਹੋਰ ਕੁਝ ਛੋਟੇ ਦੇਸ਼ ਨੇ, ਅਫਰੀਕੀ ਦੇਸ਼ ਨੇ, ਤੇ ਉਹਨਾਂ ਦੀ ਵੀ ਤਰੱਕੀ ਨੂੰ ਜਿਹੜਾ ਉਹ ਯਕੀਨੀ ਬਣਾਉਣਾ ਚਾਹੁੰਦਾ ਭਾਰਤ। ਕਿਵੇਂ ਦੇਖਦੇ ਹੋ ਇਸ ਕੋਸ਼ਿਸ਼ ਨੂੰ? ਇਹ ਭਾਰਤ ਦੀ ਕੋਸ਼ਿਸ਼ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਹੈ, ਇਹਨੂੰ ਕਿਵੇਂ ਲੈਂਦੇ? ਸੰਧੂ ਸਾਹਿਬ, ਇਹਦੇ ਵਿੱਚ ਇਹ ਹੈ ਕਿ
कुछ चंद देश ऐसे आ ਜਿਹੜੇ ਫੁੱਲੀ ਡਿਵੈਲਪ ਹੋ ਚੁੱਕੇ ਆ ਔਰ ਪੂਰੀ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਚੰਦ 4-5 ਦੇਸ਼ ऐसे आ जिन्हां दे उत्ते सबकी नजर है। लेकिन बहुत सारे देश ऐसे आ जिहड़े आकार दे विच भी छोटे आ, अपनी ताकत दे विच भी छोटे आ, आबादी दे विच भी छोटे आ, पर जगह उन्हां दे कोल जिहड़ी है वो बहुत है पर संसाधन उन्हां दे कोल घट हैगे आ ते वो देश भी चाहते हैं कि ਅਸੀਂ अपने आप ਨੂੰ ਅੱਗੇ ਵਧ ਸਕੀਏ और ਜਿਹੜੇ ਉਧਰ ਦੇ ਵੱਡੇ ਦੇਸ਼ ਹੈ ਉਹ ਉਹਨਾਂ ਨੂੰ ਉਸ ਤਰੀਕੇ ਨਾਲ ਮਦਦ ਨਹੀਂ ਕਰਦੇ, ਉਸ ਤਰੀਕੇ ਨਾਲ ਸਹਾਰਾ ਨਹੀਂ ਦਿੰਦੇ ਕਿ ਉਹ ਛੋਟੇ ਦੇਸ਼ਾਂ ਦਾ ਜਿਹੜਾ ਉਹ क्षमता ਜਿਹੜੀ ਆ ਉਹ ਵੱਡੀ ਹੋ ਸਕੇ। ਭਾਰਤ ਦੇ ਵੱਲੋਂ ਉਹਨਾਂ ਨੂੰ ਕਈ ਤਰੀਕੇ ਦੇ ਸਹਿਯੋਗ ਮਿਲਣ ਦੀ ਆਸ ਹੈ ਔਰ ਮਿਲਦਾ ਹੈ ਤੇ ਇਸ ਕਰਕੇ ਉਹ ਭਾਰਤ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਆ। ਲੇਕਿਨ ਜਿਹੜੇ ਚੰਦ ਵੱਡੇ ਦੇਸ਼ ਹੈ ਉਹਨਾਂ ਦੇ ਵਿੱਚ ਇੱਕ ਦੋ ਦੇਸ਼ ਐਸੇ ਆ ਜਿਹੜੇ ਇਹ ਨਹੀਂ ਚਾਹੁੰਦੇ ਕਿ ਭਾਰਤ ਨੂੰ ਇਸ ਦੇ ਵਿੱਚ ਸਥਾਈ ਸਦੱਸਤਾ ਦਿੱਤੀ ਜਾਵੇ ਤਾਂ ਕਿ ਭਾਰਤ ਦੀ ਜਿਹੜੀ ਆ ਗੱਲਬਾਤ ਸੁਣ ਕੇ ਹਰ ਦੇਸ਼ ਕੋਈ ਵੀ ਫੈਸਲਾ ਲਵੇ ਤੇ ਇਸ ਕਰਕੇ ਉਹਨਾਂ ਦੇਸ਼ਾਂ ਨੂੰ ਇੱਕ ਦੋ ਜਿਹੜੇ ਦੇਸ਼ ਹੈ ਉਹਨਾਂ ਨੂੰ ਇਹ ਡਰ ਹੈ ਕਿ ਸਾਡੀ ਜਿਹੜੀ ਹੈ ਮੁਸ਼ਕਲਾਂ ਵਧਣਗੀਆਂ ਆਉਣ ਵਾਲੇ ਸਮੇਂ 'ਚ ਜੇ ਭਾਰਤ ਨੂੰ ਪੁੱਛ ਕੇ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੁੱਛ ਕੇ ਹਰ ਫੈਸਲਾ ਲਿਆ ਜਾਏਗਾ ਤੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਆ ਕਿ ਭਾਰਤ ਨੂੰ ਇਸ ਦਾ ਸਥਾਈ ਸਦੱਸਯ ਨਾ ਬਣਾਇਆ ਜਾਵੇ ਤਾਂ ਕਿ ਅਸੀਂ ਜੋ ਮਨਮਰਜ਼ੀ ਕਰਦੇ ਹਾਂ ਉਹ ਕਰ ਸਕੀਏ, ਜਿਸ ਨੂੰ ਦਬਾਨੇ ਦਬਾ ਸਕੀਏ ਤੇ ਅਗਰ ਭਾਰਤ ਦੀ ਅਗਵਾਈ ਇਸ ਦੇ ਵਿੱਚ ਆ ਜਾਏਗੀ ਤਾਂ ਫਿਰ ਕਿਸੇ ਨੂੰ ਵੀ ਭਾਰਤ ਜਿਹੜਾ ਉਹ ਦਬਾਨ ਨਹੀਂ ਦੇਗਾ ਔਰ ਦੂਸਰੇ ਦੇਸ਼ਾਂ ਨੂੰ ਉੱਪਰ ਉੱਠਣ ਦੇ ਵਿੱਚ ਸਹਿਯੋਗ ਕਰੇਗਾ ਔਰ ਜਿਹੜੇ ਦਬਾਨ ਵਾਲੇ ਦੇਸ਼ ਹੈ ਉਹਨਾਂ ਦੇ ਲਈ ਰੋਕਥਾਮ ਕਰੇਗਾ ਤੇ ਇਸ ਕਰਕੇ ਉਹਨਾਂ ਦੀ ਐਸੀ ਕੋਸ਼ਿਸ਼ ਹੈ ਪਰ ਆਸਾਨ ਨਜ਼ਰ ਆ ਰਿਹਾ ਹੈ ਕਿ ਭਾਰਤ ਜਿਹੜਾ ਆ ਉਹ ਪੂਰੀ ਦੁਨੀਆ ਦੀ ਅਗਵਾਈ ਕਰੇਗਾ ਉਹ ਦਿਨ ਸ਼ਾਇਦ ਦੂਰ ਨਹੀਂ ਹੈ, ਐਸੇ ਆਸਾਨ ਨਜ਼ਰ ਆ ਰਹੇ ਆ। ਬਾਕੀ ਦੇਖਦੇ ਹਾਂ ਉਸ ਪਰਮਾਤਮਾ ਨੂੰ ਕੀ ਮਨਜ਼ੂਰ ਹੈ। ਜੀ ਕਮਰ ਮੰਜ਼ਲ ਜੀ, ਜਾਂਦੇ ਜਾਂਦੇ ਇੱਕ ਛੋਟਾ ਔਰ ਬੜਾ ਵੱਡਾ ਮੁੱਦਾ ਆ ਲੇਕਿਨ ਥੋੜੇ ਸ਼ਬਦਾਂ 'ਚ ਆਪਾਂ ਕੋਸ਼ਿਸ਼ ਕਰਾਂਗੇ ਜ਼ਿਕਰ ਕਰਨ ਦੀ, ਤੁਹਾਡੇ ਕੋਲ ਟਿੱਪਣੀ ਲਵਾਂਗੇ। ਸਾਈਬਰ ਅਪਰਾਧ ਬੜੀ ਵੱਡੀ ਤਰਾਸਦੀ ਬਣ ਕੇ ਉੱਭਰ ਰਹੇ ਨੇ, ਜਿੱਥੇ ਇੰਟਰਨੈਟ ਨੇ ਹੋਰ ਸਹੂਲਤਾਂ ਨੇ, UPI ਨੇ ਸਾਡੇ ਜਿਹਦੇ ਵਿੱਚ ਕ੍ਰਾਂਤੀ ਲਿਆਂਦੀ ਆ, ਡਿਜੀਟਲ ਇੰਡੀਆ ਵਰਗਾ ਜਿਹੜਾ ਕਨਸੈਪਟ ਸ਼ੁਰੂ ਹੋ ਪਾਇਆ, ਉੱਥੇ ਸਾਈਬਰ ਠੱਗਾਂ ਤੋਂ ਜਿਹੜੀ ਆ ਪਰੇਸ਼ਾਨ ਇੱਕ ਪਰਿਵਾਰ ਨੇ ਪਹਿਲਾਂ ਸੈਲਫੀ ਲਈ ਆਪਣੇ 2 ਬੱਚਿਆਂ ਸਮੇਤ, ਫਿਰ ਨਾਲ ਜ਼ਹਿਰ ਦੇ ਕੇ ਤੇ ਖੁਦ ਕਹਿੰਦੇ ਜੀ ਫਾਹਾ ਉਹਨਾਂ ਨੇ ਲੈ ਲਿਆ ਤੇ ਦੱਸਿਆ ਇਹ ਜਾ ਰਿਹਾ ਕਿ ਨਿੱਜੀ ਉਹਨਾਂ ਦੀ ਫੋਟੋ ਜਿਹੜੀ ਆ ਉਹ ਜਨਤਕ ਕਰ ਦਿੱਤੀ ਗਈ ਸੀ ਤੇ ਬਲੈਕਮੇਲ ਕਰ ਰਹੇ ਸੀ ਤੇ 17 ਲੱਖ ਰੁਪਇਆ ਉਹਨਾਂ ਕੋਲ ਮੰਗਿਆ ਜਾ ਰਿਹਾ ਸੀ। ਆਮ ਤੌਰ ਤੇ ਠੱਗੀਆਂ ਆਨਲਾਈਨ ਵੱਜਦੀਆਂ ਨੇ, ਆਨਲਾਈਨ ਫੋਨ ਬੜੇ ਸ਼ੁਰੂ ਹੋ ਜਾਂਦੇ ਨੇ ਆਉਣੇ। ਤੁਸੀਂ ਕਿਸੇ ਇੱਕ ਥਾਂ ਦੇ ਉੱਤੇ ਕੋਈ ਲੋਨ ਲਿਆ ਜਾਂ ਆਨਲਾਈਨ ਕੋਈ ਚੀਜ਼ ਅਪਲਾਈ ਕੀਤੀ, ਤੁਸੀਂ ਪਰਚੇਜ਼ ਕੀਤੀ ਕੋਈ ਚੀਜ਼ ਤੇ ਉਹ ਲੋਕ ਪਤਾ ਨਹੀਂ ਤੁਹਾਡਾ ਡਾਟਾ ਕਿਵੇਂ ਜਿਹੜਾ ਦੂਜੇ ਲੋਕਾਂ ਕੋਲ ਪਹੁੰਚ ਜਾਂਦਾ ਤੇ ਤੁਹਾਡਾ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ। ਕੋਈ ਤੁਹਾਨੂੰ ਬਾਹਰੋਂ ਫੋਨ ਕਰਨਾ ਸ਼ੁਰੂ ਕਰ ਦਿੰਦਾ, ਕੋਈ ਤੁਹਾਨੂੰ ਕੋਈ ਲੋਨ ਦੇਣ ਦੇ ਨਾਂ ਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ, ਕੋਈ ਕਿਸੇ ਸਕੀਮ ਤਹਿਤ ਤੇ ਕੋਈ ਕਿਸੇ ਸਕੀਮ ਤਹਿਤ। ਤੇ ਦੂਜੇ ਪਾਸੇ ਗੱਲ ਕਰੀਏ G20 ਜਿਹੜਾ ਚੱਲ ਰਿਹਾ, ਉਹਦੇ ਤਹਿਤ G20 ਦੇ ਵਿੱਚ ਗਲੋਬਲ ਸੁਰੱਖਿਆ, ਸਾਈਬਰ ਸੁਰੱਖਿਆ ਦੇ ਉੱਤੇ ਇੱਕ ਅਹਿਮ ਜਿਹੜਾ ਉਹ ਪ੍ਰੋਗਰਾਮ ਉਹਦਾ ਕੀਤਾ ਜਾ ਰਿਹਾ ਗੁੜਗਾਉਂ, ਜਿਹਨੂੰ ਗੁਰੂ ਗ੍ਰਾਮ ਕਹਿੰਦੇ, ਉੱਥੇ ਸਾਡੇ ਗ੍ਰਹਿ ਮੰਤਰੀ ਗਏ ਸੀ ਅਮਿਤ ਸ਼ਾਹ ਜੀ। ਉਹਨਾਂ ਨੇ ਗੱਲ ਕਹੀ ਸੀ ਕਿ ਗਲੋਬਲ ਜਿਹੜੀ ਆ ਸੁਰੱਖਿਆ ਵਾਸਤੇ ਸਾਈਬਰ ਸੁਰੱਖਿਆ ਜਿਹੜੀ ਬਹੁਤ ਅਹਿਮ ਆ। ਕਿਵੇਂ ਦੇਖਦੇ ਹੋ ਇਹਨਾਂ ਦੋਨਾਂ ਖਬਰਾਂ? ਸੰਧੂ ਸਾਹਿਬ, ਸਾਡੇ ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ G20 ਦੇ ਵਿੱਚ ਇਸ ਗੱਲ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਪਹਿਰਾ ਦਿੱਤਾ ਕਿ ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਈਬਰ ਕ੍ਰਾਈਮ ਜਿਹੜਾ ਆ ਉਹ ਪੂਰੇ ਵਰਲਡ ਵਾਸਤੇ ਇੱਕ ਖਤਰਾ ਆ ਔਰ ਇਹਦੇ ਤੇ ਸਮੁੱਚੇ ਵਰਲਡ ਨੂੰ ਇਕਜੁੱਟ ਹੋ ਕਰਕੇ ਇਹਦੇ ਨਾਲ ਲੜਾਈ ਲੜਨੀ ਪਏਗੀ। ਔਰ ਬਿਲਕੁਲ ਗੱਲ ਉਹਨਾਂ ਦੀ ਜਾਇਜ਼ ਵੀ ਆ ਔਰ ਇਹਦੇ ਵਿੱਚ ਮੈਨੂੰ ਜੋ ਉਮੀਦ ਆ ਕਿ ਸਾਰੇ ਮੁਲਕਾਂ ਨੇ ਹਾਮੀ ਭਰੀ ਆ ਕਿ ਉਹ ਇਸ ਇੱਕ ਪਲੇਟਫਾਰਮ ਦੇ ਉੱਤੇ ਸਾਰਾ ਵਰਲਡ ਇਸ ਜਗ੍ਹਾ ਤੇ ਇਕੱਠਾ ਹੁੰਦਾ ਕਿ ਵਾਕਈ ਸਾਈਬਰ ਕ੍ਰਾਈਮ ਦੇ ਉੱਤੇ ਅੰਕੁਸ਼ ਲੱਗਣਾ ਬੜਾ ਜ਼ਰੂਰੀ ਆ। ਔਰ ਮੈਨੂੰ ਲੱਗਦਾ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਬੜੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਜਿਹਦੇ ਵਿੱਚ ਇਸ ਕ੍ਰਾਈਮ ਨੂੰ ਰੋਕਣ ਵਾਸਤੇ ਵੱਡੇ ਤੋਂ ਵੱਡੇ ਯਤਨ ਕੀਤੇ ਜਾਣਗੇ। ਜਿਹੜੀ ਆਪਾਂ ਪਰਿਵਾਰ ਦੀ ਗੱਲ ਕਰ ਰਹੇ ਹਾਂ, ਭੋਪਾਲ ਦਾ ਇੱਕ ਪਰਿਵਾਰ ਸੀਗਾ, ਇਸ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਡ ਦੇ ਥਰੂ ਇੱਕ
ਕਾਰੋਬਾਰ ਦੀ ਪੇਸ਼ਕਸ਼ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਸਬਜ਼ ਬਾਗ ਦਿਖਾਏ ਗਏ। ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵੱਡਾ ਲੋਨ ਪ੍ਰੋਵਾਈਡ ਕਰਵਾਇਆ ਗਿਆ ਉਹਨਾਂ ਕੰਪਨੀਆਂ ਵੱਲੋਂ, ਔਰ ਬਾਅਦ ਦੇ ਵਿੱਚ ਉਹਨਾਂ ਦਾ ਕੰਪਿਊਟਰ ਹੈਕ ਕਰਕੇ ਉਹਨਾਂ ਦੀਆਂ ਨਿੱਜੀ ਜੋ ਵੀ ਉਹਨਾਂ ਦੀਆਂ ਫੋਟੋਗ੍ਰਾਫ ਸੀਗੇ ਉਹਨਾਂ ਨੇ ਹੈਕ ਕਰਕੇ ਤੇ ਉਸ ਪਰਿਵਾਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ 17 ਲੱਖ ਰੁਪਏ ਦੀ ਉਹਨਾਂ ਕੋਲ ਫਰੌਤੀ ਮੰਗੀ ਗਈ। ਤੇ ਉਹ ਸ਼ਰੀਫ ਪਰਿਵਾਰ ਵਿਚਾਰਾ ਜਿਹੜਾ ਸੀਗਾ ਉਹ ਇਸ ਸਮਾਜ ਦੇ ਇਸ ਸਾਈਬਰ ਕ੍ਰਾਈਮ ਦੇ ਠੱਗਾਂ ਦੀ ਦੋਸ਼ ਦੇ ਸਦਕਾ ਜਾਂ ਉਹਨਾਂ ਦੀ ਬਲੈਕਮੇਲਿੰਗ ਦੇ ਸਦਕਾ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਦਿਆਂ ਪਹਿਲਾਂ ਪਰਿਵਾਰ ਨਾਲ ਇੱਕ ਸੈਲਫੀ ਲਈ, ਔਰ ਆਪਣੀ ਭਤੀਜੀ ਨੂੰ ਉਹਨਾਂ ਨੇ ਸਵੇਰੇ 4 ਵਜੇ ਮੈਸੇਜ ਕਰ ਦਿੱਤਾ ਕਿ ਇਹ ਮੇਰੀ ਆਖਰੀ ਸੈਲਫੀ ਆ ਤੇ ਅੱਜ ਤੋਂ ਬਾਅਦ ਮੈਂ ਆਪਣੀ ਜੀਵਨ ਲੀਲਾ, ਬੱਚਿਆਂ ਨੂੰ ਕੋਲਡ ਡਰਿੰਕ 'ਚ ਜ਼ਹਿਰ ਮਿਲਾ ਕੇ ਪਿਆ ਦਿੱਤਾ ਤੇ ਆਪ ਮੀਆਂ ਬੀਵੀ ਜਿਹੜੇ ਫਾਂਸੀ ਦਾ ਫੰਦਾ ਲਾ ਕੇ ਮਰ ਗਏ। ਇਹ ਬਹੁਤ ਹੀ ਦੁੱਖ ਦੀ ਤੇ ਤਰਾਸਦੀ ਦੀ ਸਾਡੇ ਸਮਾਜ ਵਾਸਤੇ ਬੜੀ ਹੀ ਮਾੜੀ ਗੱਲ ਹੋਈ ਆ। ਔਰ ਇਹਦੇ ਵਿੱਚ ਵਾਕਈ ਮੈਂ ਅਮਿਤ ਸ਼ਾਹ ਜੀ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਹੜੇ ਸਾਈਬਰ ਕ੍ਰਾਈਮ ਦੇ ਠੱਗ ਨੇ ਜਾਂ ਇਹ ਲੋਕ ਬਲੈਕਮੇਲਰ ਨੇ, ਇਹਨਾਂ ਦੇ ਉੱਤੇ ਦੁਨੀਆ ਦੇ ਵਿੱਚ ਵਰਲਡ ਵਾਈਜ਼ ਜਿਹੜਾ ਅੰਕੁਸ਼ ਲੱਗਣਾ ਬੜਾ ਜ਼ਰੂਰੀ ਆ। ਔਰ ਇਹ ਬੜੀ ਤਰਾਸਦੀ ਦੀ ਗੱਲ ਆ ਕਿ ਇਹੋ ਜਿਹਾ ਪਰਿਵਾਰ ਜਿਨ੍ਹਾਂ ਬੱਚਿਆਂ ਨੇ ਅਜੇ ਆਪਣਾ ਜੀਵਨ ਹੀ ਸ਼ੁਰੂ ਨਹੀਂ ਸੀ ਕੀਤਾ ਤੇ ਉਹਨਾਂ ਨੂੰ ਇਸ ਰੂਪ ਦੇ ਵਿੱਚ ਮੌਤ ਦਾ ਮੂੰਹ ਦੇਖਣਾ ਪਿਆ। ਬੜੀ ਨਿੰਦਨੀ ਔਰ ਦੁਖਦਾਈ ਘਟਨਾ ਹੈ, ਔਰ ਵਾਕਈ ਇਹਦੇ ਵਿੱਚ ਸਾਈਬਰ ਕ੍ਰਾਈਮ ਦੇ ਠੱਗਾਂ ਦੇ ਉੱਤੇ ਅੰਕੁਸ਼ ਲੱਗਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਇਹ ਉਮੀਦ ਵੀ ਇਹੀ ਕਰਾਂਗੇ ਸਰਕਾਰਾਂ ਕੋਲੋਂ ਕਿ ਸਰਕਾਰਾਂ ਸਿਰਫ ਜਿਹੜੀਆਂ ਡਿਸਕਸ਼ਨਾਂ ਕਰ ਰਹੀਆਂ ਨੇ ਇਸ ਵਕਤ ਉਹਨਾਂ ਨੂੰ ਛੇਤੀ ਹੀ ਜਿਹੜਾ ਉਹ ਸਾਕਾਰ ਰੂਪ ਵੀ ਦੇਣਗੀਆਂ, ਔਰ ਜਿਹੜੇ ਆ ਸਾਈਬਰ ਕ੍ਰਾਈਮ ਦੇ ਅਪਰਾਧੀ ਨੇ ਇਹਨਾਂ ਨੂੰ ਨੱਥ ਪਾਈ ਜਾਏਗੀ। ਇਹਨਾਂ ਦਾ ਜਿਹੜਾ ਹਸ਼ਰ ਆ ਉਹ ਬਹੁਤ ਬੁਰਾ ਕੀਤਾ ਜਾਏਗਾ ਤਾਂ ਕਿ ਉਹ ਆਉਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਪੀੜ੍ਹੀਆਂ ਆ ਉਹ ਵੀ ਕਿਸੇ ਤਰੀਕੇ ਨਾਲ ਜਿਹੜੀ ਆ ਲੋਕਾਂ ਨਾਲ ਠੱਗੀ ਮਾਰਨ ਨੂੰ ਜਿਹੜਾ ਉਹਨੂੰ ਉਤਸ਼ਾਹਿਤ ਕਦੀ ਨਹੀਂ ਕਰਨਗੀਆਂ। ਸੋ ਇਸੇ ਉਮੀਦ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।